ਨਾਥ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਛਤਰ ਛਾਇਆ ਹੇਠ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵਡਭਾਗੀ ਹੋ ਕਿ ਨਿਤਾ ਪ੍ਰਤੀ ਗੁਰੂ ਚਰਨਾਂ 'ਚ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੇ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਆਪ ਜੀ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਔਰ ਭਾਵਨਾ ਸਹਿਤ ਸਰਵਣ ਕਰ ਰਹੇ ਹੋ। ਦੀਵਾਨ ਚੰਦੂ ਜੋ ਸਮੇਂ ਦੇ ਬਾਦਸ਼ਾਹ ਜਹਾਂਗੀਰ ਦਾ ਬੜੇ ਵੱਡੇ ਰੁਤਬੇ ਵਾਲਾ ਦੀਵਾਨ ਹੈ, ਇਹਦੀ ਇੱਕ ਕੰਨਿਆ ਹੈ। ਜਦੋਂ 7 ਕੁ ਬਰਸ ਦੀ ਹੋਈ ਉਹਦਾ ਨਾਮ ਇਹਨੇ ਸਦਾ ਕੌਰ ਰੱਖਿਆ ਹੈ। ਲਾਗੀਆਂ ਨੂੰ ਕੁੱਲ ਪੁਰੋਹਿਤ ਨੂੰ ਸੱਦ ਕੇ ਕਹਿਣ ਲੱਗਾ ਕੋਈ ਮੇਰੇ ਬਰਾਬਰ ਦਾ ਰਿਸ਼ਤਾ ਲੱਭੋ ਲੜਕੀ ਲਈ, ਕਿ ਜਿਹੜਾ ਧਨ ਵਿੱਚ ਸੰਪਦਾ ਵਿੱਚ ਮੇਰੇ ਬਰਾਬਰ ਹੋਵੇ, ਕੁੱਲ ਵਿੱਚ ਮੇਰੇ ਬਰਾਬਰ ਹੋਵੇ, ਔਰ ਤੀਜਾ ਲੜਕਾ ਜਿਹੜਾ ਬਾਲਕ ਆ ਉਹ ਅਤੀ ਸੁੰਦਰ ਹੋਵੇ। ਤੋ ਇਹ ਬ੍ਰਾਹਮਣ ਉਸ ਵੇਲੇ ਦਿੱਲੀਓਂ ਟੁਰਿਆ, ਬਹੁਤ ਨਗਰਾਂ 'ਚ ਬਹੁਤ ਸ਼ਹਿਰਾਂ ਵਿੱਚ ਪੁੱਛਗਿੱਛ ਕਰਦੇ ਆਉਂਦੇ ਹੈ। ਜੇ ਕਿਤੇ ਲੜਕਾ ਸੁੰਦਰ ਹੁੰਦਾ ਤਾਂ ਪਰਿਵਾਰ ਚੰਗਾ ਨਹੀਂ, ਕੁੱਲ ਚੰਗੀ ਨਹੀਂ। ਜੇ ਕੁੱਲ ਤੇ ਧਨ ਚੰਗਾ ਮਿਲਦਾ ਤੇ ਲੜਕਾ ਸੁੰਦਰ ਨਹੀਂ। ਅਖੀਰ ਚਲਦੇ ਚਲਦੇ ਲਾਹੌਰ ਪਹੁੰਚੇ ਨੇ। ਲਾਹੌਰ ਸ਼ਹਿਰ ਵਿੱਚ ਗੁਰਸਿੱਖਾਂ ਦਾ ਮੇਲ ਹੋਇਆ। ਗੁਰਸਿੱਖਾਂ ਨੇ ਦੱਸਿਆ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਘਰ ਵੱਡਾ ਘਰ ਹੈ। ਉਹਨਾਂ ਦੇ ਸਾਹਿਬਜ਼ਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਬਾਲਕ ਸਤਿਗੁਰੂ ਅਤੀ ਸੁੰਦਰ ਨੇ। ਜੇ ਚੰਦੂ ਦੇ ਭਾਗ ਚੰਗੇ ਹੋਏ ਤਾਂ ਉਹਨਾਂ ਦਾ ਸੰਬੰਧ ਜੁੜ ਸਕਦਾ ਹੈ। ਤੋ ਇਹ ਚੱਲ ਕੇ ਦਰਬਾਰ ਸਾਹਿਬ ਆਏ। ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸੋਭਾ ਵਡਿਆਈ ਵੇਖੀ। ਸੈਂਕੜੇ ਸੰਗਤਾਂ ਨਮਸਕਾਰਾਂ ਕਰ ਰਹੀਆਂ ਨੇ। ਵੇਖਿਆ ਕਿ ਧਨ ਦੀ ਇੱਥੇ ਕੋਈ ਕਮੀ ਨਹੀਂ, ਕੁੱਲ ਵੀ ਸੋਢੀਆਂ ਦੀ ਕੁੱਲ ਹੈ, ਸਰਬੋਤਮ ਹੈ। ਬਾਲਕ ਆਵੇ ਤੇ ਉਹਦੇ ਦਰਸ਼ਨ ਕਰੀਏ ਤੇ ਨਿਰਣਾ ਹੋ ਜਾਏ। ਇੰਨੇ ਨੂੰ ਮਹਾਰਾਜ 6ਵੇਂ ਪਾਤਸ਼ਾਹ ਵੀ ਦਰਬਾਰ 'ਚ ਆਏ। ਸਤਿਗੁਰੂ ਜੀ ਦਾ ਅਤੀ ਸੁੰਦਰ ਸਰੂਪ ਵੇਖ ਕੇ ਇਹ ਕੁੱਲ ਪੁਰੋਹਿਤ ਤੇ ਦੇ ਨਾਲ ਜਿਹੜੇ ਲਾਗੀ ਆਏ ਆ, ਸਭ ਇੱਕਦਮ ਮਨ ਇਹਨਾਂ ਦੇ ਹਰੇ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਦਾ ਪ੍ਰਤਾਪ ਵੇਖ ਕੇ ਇਹ ਕੁੱਲ ਪੁਰੋਹਿਤ ਜੋ ਦੀਵਾਨ ਚੰਦੂ ਦਾ ਹੈ, ਇਹ ਨਮਸਕਾਰਾਂ ਕਰਦਾ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਸਤਿਗੁਰੂ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਸ਼੍ਰੀ ਹਰਗੋਬਿੰਦ ਅੰਗ ਸੁੰਦਰ ਬਿਲੰਦ ਸਭ। ਜਦੋਂ ਦੀਵਾਨ ਚੰਦੂ ਦੇ ਕੁੱਲ ਪੁਰੋਹਿਤ ਨੇ ਜਿਹੜਾ ਰਿਸ਼ਤਾ ਭਾਲਣ ਆਇਆ, ਮਹਾਰਾਜ 6ਵੇਂ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ। ਵੇਖਿਆ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੰਗ ਬਹੁਤ ਹੀ ਸੁੰਦਰ ਨੇ, ਨੇਤਰ ਸੁੰਦਰ ਨੇ, ਮੁਖ ਮੰਡਲ ਬੜਾ ਸੁੰਦਰ ਹੈ, ਸਰੀਰ ਦੀ ਆਭਾ ਢੀਲ ਬੜੀ ਸੁੰਦਰ ਹੈ ਔਰ ਬਲਵਾਨ ਹਨ। ਦੇਖ ਕੈਸੋ ਦਿਜਨੇ ਆਨੰਦ ਔਰ ਤਾਰਿਓ। ਜਦੋਂ ਇਸ ਬ੍ਰਾਹਮਣ ਨੇ ਵੇਖਿਆ, ਵੇਖ ਕੇ ਇਸ ਦੇ ਮਨ 'ਚ ਬੜਾ ਆਨੰਦ ਵਰਤਿਆ। ਇਹਦੇ ਨਾਲ ਜਿਹੜੇ ਨਾਈ ਤੇ ਮਰਾਸ਼ੀ ਆਏ ਸਨ, ਉਹਨਾਂ ਨਾਲ ਗੱਲਬਾਤ ਕਰਦਾ ਬੜੇ ਆਨੰਦਿਤ ਹੋ ਰਹੇ ਨੇ, ਪ੍ਰਸੰਨ ਹੋ ਰਹੇ ਨੇ। ਭਾਗ ਬਲੀ ਚੰਦੂ ਹੈ ਜਮਾਤਾ ਅਸ ਪਾਇਓ ਜਿਨ। ਕਹਿੰਦੇ ਵੱਡੇ ਭਾਗ ਨੇ ਦੀਵਾਨ ਚੰਦੂ ਦੇ, ਜਿਹਨੂੰ ਇਹੋ ਜਿਹਾ ਦਮਾਦ ਮਿਲਿਆ, ਇਹੋ ਜਿਹਾ ਜਵਾਈ ਪ੍ਰਾਪਤ ਹੋਇਆ। ਉਜਲ ਸੋ ਬੰਸੀ ਅਵਤੰਸ ਕੋ ਨਿਹਾਰਿਓ। ਕਹਿੰਦੇ ਕੈਸੇ ਸੁੰਦਰ ਨੇ ਗੁਰੂ ਹਰਗੋਬਿੰਦ ਸਾਹਿਬ। ਫਿਰ ਇਹਨਾਂ ਦਾ ਜਿਹੜਾ ਅਵਤੰਸ਼ ਵੰਸ਼ ਹੈ ਉਹ ਬੜਾ ਉਜਵਲ ਹੈ, ਸੋਢੀਆਂ ਦੀ ਕੁੱਲ ਹੈ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪੋਤਰੇ ਹਨ। ਧਨ ਕੀ ਨਾ ਗਿਨਤੀ ਕਰਤ ਬਹੁ ਬਿਨਤੀ। ਫਿਰ ਧਨ ਦੀ ਕੋਈ ਕਮੀ ਨਹੀਂ ਹੈ ਇੱਥੇ। ਧਨ ਦੇ ਤਾਂ ਇੱਥੇ ਢੇਰ ਲੱਗੇ ਪਏ ਆ ਮਹਾਰਾਜ ਜੀ ਦੇ ਚਰਨਾਂ 'ਚ, ਤੇ ਧਨ ਅਰਪਣ ਕਰਕੇ ਹਜ਼ਾਰਾਂ ਸੰਗਤਾਂ ਆਉਂਦੀਆਂ ਨੇ ਔਰ ਹੱਥ ਜੋੜ ਕੇ ਨਾਲੇ ਧਨ ਅਰਪਦੀਆਂ ਨੇ, ਨਾਲੇ ਬੇਨਤੀ ਕਰਦੀਆਂ ਹਨ। ਚੜਾਵੇਂ ਚੀਰ ਭੂਖਨ ਗੁਰੂ ਜਗ ਸਾਰਿਓ। ਅਨੇਕ ਪ੍ਰਕਾਰ ਦੇ ਗਹਿਣੇ, ਅਨੇਕ ਪ੍ਰਕਾਰ ਦੇ ਬਸਤਰ, ਅਨੇਕ ਪ੍ਰਕਾਰ ਦੀਆਂ ਪਟਾਵਾਂ ਸੰਗਤਾਂ ਦੂਰੋਂ ਦਰੇਡਿਓਂ ਲਿਆ ਕੇ
ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਪਦੀਆਂ ਹਨ। ਹਾਥ ਬੰਦ ਬੰਦਨਾ ਪਦਾਰ ਬਿੰਦ ਕਰੇ ਬ੍ਰਿੰਦ। ਕਹਿੰਦੇ ਫਿਰ ਕੇਵਲ ਭੇਟਾਵਾਂ ਹੀ ਨਹੀਂ ਅਰਪਦੀਆਂ ਸੰਗਤਾਂ। ਆਓ ਵੇਖੋ, ਢਾਕੇ ਤੋਂ ਮਲਮਲ ਚੱਲ ਕੇ ਆਉਂਦੀ ਹੈ, ਬੰਗਾਲ ਦਾ ਪਸ਼ਮੀਨੇ ਦਾ ਕੀਮਤੀ ਬਸਤਰ ਚੱਲ ਕੇ, ਥਾਨ ਚੱਲ ਕੇ ਆ ਰਹੇ ਨੇ, ਅਨੇਕ ਪ੍ਰਕਾਰ ਦੇ ਆਭੂਸ਼ਣ ਚੱਲ ਕੇ ਆ ਰਹੇ ਨੇ, ਤੇ ਜਿਹੜੀਆਂ ਸੰਗਤਾਂ ਆਉਂਦੀਆਂ ਉਹ ਹੱਥ ਜੋੜ ਕੇ ਜਿੱਥੇ ਭੇਟਾਵਾਂ ਭੇਟ ਕਰਦੀਆਂ ਉੱਥੇ ਸੀਸ ਝੁਕਾ ਕੇ ਮਹਾਰਾਜ ਜੀ ਦੇ ਚਰਨਾਂ ਤੇ ਬੰਦਨਾ ਕਰਦੀਆਂ ਹਨ। ਸਭ ਵਿਧਿ ਅਧਿਕ ਸਮਾਜ ਵਿਸਤਾਰਿਓ। ਸਰਬ ਪ੍ਰਕਾਰ ਨਾਲ ਇਹਨਾਂ ਦੇ ਘਰ ਦਾ ਸਮਾਜ ਬਹੁਤ ਵੱਡਾ ਹੈ। ਦੀਵਾਨ ਚੰਦੂ ਦੇ ਮੁਕਾਬਲੇ ਵੇਖੀਏ ਤੇ ਦੀਵਾਨ ਚੰਦੂ ਦੇ ਘਰ ਵਿੱਚ ਵੀ ਐਸਾ ਸੁਭਾਵ ਨਹੀਂ, ਐਸੀਆਂ ਵਸਤੂਆਂ ਨਹੀਂ। ਜੈਸਾ ਅਸਬਾਬ, ਜੈਸੀਆਂ ਵਸਤੂਆਂ, ਜੈਸਾ ਖਜ਼ਾਨਾ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰ ਵਿੱਚ ਹੈ। ਸਵਈਆ ਸ਼੍ਰੀ ਹਰਿ ਗੋਬਿੰਦ ਪਾਸ ਪੀਤਾ, ਚਿਤ ਸੋਹਤ ਐ ਸਿੱਖ ਸੇਵਕ ਮਾਉ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸਾਰਿਆਂ ਨੂੰ ਦਰਸ਼ਨ ਦਿੰਦਿਆਂ ਇੰਨੇ ਨੂੰ ਮਹਾਰਾਜ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਆਪਣੇ ਪਿਤਾ ਜੀ ਦੇ ਨਾਲ ਬੈਠ ਗਏ ਔਰ ਸੰਗਤ ਨੂੰ ਦਰਸ਼ਨ ਦੇ ਰਹੇ ਹਨ। ਜਿਉ ਕਮਲਾਸਨ ਸੋ ਪਦਮਾ ਪਤ, ਦੇਵਨ ਬ੍ਰਿੰਦ ਮੈਂ ਸੋਭਿਓ ਮਾਹੋ। ਕਹਿੰਦੇ ਮਹਾਰਾਜ ਗੁਰੂ ਅਰਜਨ ਸਾਹਿਬ ਸਭਾ ਵਿੱਚ ਸਿੱਖਾਂ ਨੂੰ ਦਰਸ਼ਨ ਇਉਂ ਦੇ ਰਹੇ ਨੇ ਜਿਵੇਂ ਦੇਵਤਿਆਂ ਦੀ ਸਭਾ ਵਿੱਚ ਕਮਲ ਦੇ ਆਸਣ ਤੇ ਬੈਠੇ ਬ੍ਰਹਮਾ ਜੀ ਦਰਸ਼ਨ ਦਿੰਦੇ ਦੇਵਤਿਆਂ ਨੂੰ। ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਸਿੱਖਾਂ ਰੂਪੀ ਦੇਵਤਿਆਂ ਨੂੰ ਦੀਵਾਨ ਦੇਵ ਰੂਪ ਹੋ ਕਰਕੇ ਦਰਸ਼ਨ ਦਿਦਾਰੇ ਬਖਸ਼ ਕੇ ਕਿਰਤਾਰਥ ਕਰ ਰਹੇ ਹਨ। ਸੰਗਤ ਸੋ ਦਿਜ ਬੂਜਨ ਕੀਨ। ਇਹਨੇ ਨੂੰ ਉਹ ਜਿਹੜਾ ਬ੍ਰਾਹਮਣ ਸੀ ਨਾ, ਜਿਹੜਾ ਦੀਵਾਨ ਚੰਦੂ ਵੱਲੋਂ ਆਇਆ, ਉਹ ਸੰਗਤ ਵਿੱਚ ਹੀ ਬੈਠਾ ਸੀ। ਹਾਲੇ ਉਹਨੇ ਆਪਣੇ ਬਾਰੇ ਦੱਸਿਆ ਨਹੀਂ ਸੀ। ਸੰਗਤ ਬੈਠੀ ਆ, ਸੰਗਤ ਵਿੱਚੋਂ ਹੀ ਕੁਝ ਸਿੱਖਾਂ ਦੇ ਨਾਲ ਉਹ ਪੰਡਤ ਗੱਲਬਾਤ ਕਰਨ ਲੱਗਾ। ਬਤਾਵੋ ਜਾਤ ਸੋ ਗੋਤ ਜੇਤਾਓ। ਉਹ ਪੁੱਛਣ ਲੱਗ ਪਿਆ, ਕਹਿਣ ਲੱਗਾ ਜੀ ਇਹਨਾਂ ਦੀ ਕੁੱਲ, ਇਹਨਾਂ ਦੀ ਬਰਾਦਰੀ ਬਾਰੇ, ਭਾਈਚਾਰੇ ਬਾਰੇ ਤੁਸੀਂ ਦੱਸ ਸਕਦੇ ਹੋ ਕਿ ਗੁਰੂ ਜੀ ਦਾ ਜਿਹੜਾ ਭਾਈਚਾਰਾ ਹੈ, ਇਹਨਾਂ ਦੀ ਜਿਹੜੀ ਪਿੱਛੇ ਕੁੱਲ ਹੈ ਉਹ ਕਿਹੜੀ ਹੈ? ਚਾਹਤ ਐਸਨ ਬੰਦ ਕਰਿਓ ਹਮ। ਸਿੱਖਾਂ ਨੇ ਆਖਿਆ ਭਾਈ ਗੁਰੂ ਦੀ ਕੋਈ ਕੁੱਲ, ਕੋਈ ਜਾਤੀ, ਕੋਈ ਬਰਾਦਰੀ ਨਹੀਂ ਹੁੰਦੀ। ਕਹਿਣ ਲੱਗਾ ਜੀ ਅਸੀਂ ਰਿਸ਼ਤਾ ਲੈ ਕੇ ਆਏ ਆ ਦੀਵਾਨ ਚੰਦੂ ਦੀ ਲੜਕੀ ਦਾ, ਉਹਦੇ ਲਈ ਸਾਡੇ ਵਾਸਤੇ ਜ਼ਰੂਰੀ ਹੈ ਜਾਣਨਾ। ਸ਼ਾਹ ਦੀਵਾਨ ਸੁਤਾਹਿਤ ਯਾਹੂ। ਕਿਉਂਕਿ ਬਾਦਸ਼ਾਹ ਜਹਾਂਗੀਰ ਦਾ ਬੜਾ ਵੱਡਾ ਦੀਵਾਨ ਹੈ ਚੰਦੂ, ਉਹਦੀ ਲੜਕੀ ਸਦਾ ਕੌਰ ਦਾ ਰਿਸ਼ਤਾ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਲਈ ਲੈ ਕੇ ਆਏ ਆ। ਇਸ ਕਰਕੇ ਸਾਡਾ ਪਹਿਲਾਂ ਕਰਤੱਵ ਬਣਦਾ ਪੁੱਛਣਾ। ਅਸੀਂ ਬਿਨਾਂ ਪੁੱਛੇ ਰਿਸ਼ਤਾ ਨਹੀਂ ਕਰ ਸਕਦੇ, ਸਗਾਈ ਨਹੀਂ ਕਰ ਸਕਦੇ। ਦੋਹਰਾ ਸੰਗਤ ਸਿੱਖਨ ਤਬ ਕਿਓ, ਸੋਡ ਬੰਸ ਸਿਰ ਮੋਰ। ਫਿਰ ਇੱਕ ਸਿੱਖ ਨੇ ਦੱਸਿਆ, ਕਹਿਣ ਲੱਗੇ ਪੰਡਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੋਢੀ ਬੰਸ ਹੈ। ਸੋਡ ਬੰਸ ਸਿਰ ਮੋਰ, ਸੋਢੀਆਂ ਦੀ ਬੰਸ ਦੇ ਸਿਰਮੌਰ ਨੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ। ਵੱਡੀ ਭਾਗ ਜਾਗੀ ਜਿਸੇ ਤਿਸ ਪ੍ਰਾਪਤ ਅਸ ਠੋਰ। ਸੋਢੀ ਸ੍ਰਿਸ਼ਟ ਸਕਲ ਤਾਰਨ ਕੋ, ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਬੰਸ ਹੈ, ਉੱਤਮ ਬੰਸ ਹੈ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਨੇ, ਉਹਦੇ ਵੱਡੇ ਭਾਗ ਹੋਣਗੇ ਜਿਹਦਾ ਸਤਿਗੁਰੂ ਜੀ ਦੇ ਘਰ ਨਾਲ ਸੰਬੰਧ ਜੁੜੇਗਾ, ਜਿਹਦਾ ਗੁਰੂ ਘਰ ਦੇ ਨਾਲ ਨਾਤਾ ਜੁੜੇਗਾ। ਜਗਤ ਗੁਰੂ ਕਰ ਆਏ ਜੀ, ਜਗ ਮਾਤਾ ਬਨ ਜਾਏ। ਉਸ ਕੰਨਿਆਂ ਦੇ, ਉਸ ਲੜਕੀ ਦੇ ਵੱਡੇ ਭਾਗ ਨੇ ਜੇ ਉਹ ਸਤਿਗੁਰੂ ਜੀ ਦੇ ਘਰ ਆਵੇਗੀ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਹਿਲ ਬਣਨਗੇ ਤੇ ਸਾਰੇ ਜਗਤ ਦੇ ਮਾਤਾ ਸਦੀਣਗੇ। ਦੱਸੋ ਕਿੱਡੇ ਵੱਡੇ ਭਾਗ ਹੋਣਗੇ। ਜਗਤ ਮਾਤਾ ਹੋ ਜਾਣਗੇ, ਸਾਰੇ ਜਗਤ ਦੇ ਮਾਤਾ ਰੂਪ ਹੋ ਕੇ ਪ੍ਰਗਟ ਹੋ ਜਾਣਗੇ। ਪੂਜਨੀਏ ਏ ਸਰਬ ਕੋ, ਅਨਗਨ ਪੀਟ ਚੜਾਏ। ਸਤਿਗੁਰੂ ਜੀ ਸਾਰੀਆਂ ਸੰਗਤਾਂ ਤੇ ਸਾਰੀ ਲੋਕਾਈ ਦੇ ਪੂਜਨੀਏ ਨੇ। ਇਹਨਾਂ ਦੇ ਚਰਨਾਂ ਵਿੱਚ ਅਣਗਿਣਤ ਭੇਟਾਵਾਂ ਲੈ ਕੇ ਗੁਰੂ ਕੇ ਸਿੱਖ ਹਾਜ਼ਰ ਹੁੰਦੇ ਹਨ। ਚੌਪਾਈ ਦਿਜਨਾਈ ਦੋਨੋਂ ਸੁਨ ਕਰਕੇ। ਕਹਿੰਦੇ ਬ੍ਰਾਹਮਣ ਨੇ
ਤੇ ਜਿਹੜਾ ਉਹ ਨਾਈ ਆਏ ਸੀ ਨਾਲ ਲਾਗੀ, ਇਹਨਾਂ ਨੇ ਜਦੋਂ ਗੁਰੂ ਘਰ ਬਾਰੇ ਸਾਰੀ ਵਾਰਤਾ ਸੁਣ ਲਈ, ਮਹਾ ਪ੍ਰਤਾਪ ਸੁਨੈਣ ਨਿਹਰ ਕੇ, ਫਿਰ ਗੁਰੂ ਘਰ ਦਾ ਪ੍ਰਤਾਪ ਇਹਨਾਂ ਨੇ ਵੇਖਿਆ ਵੀ ਨੇਤਰਾਂ ਨਾਲ ਸਾਹਮਣੇ ਨਜ਼ਰ ਆ ਰਿਹਾ ਹੈ। ਮਹਾਰਾਜ ਜੀ ਦੇ ਘਰ ਦੀ ਵਡਿਆਈ ਦਿਸ ਰਹੀ ਹੈ। ਕਹਿਤ ਪਰਸ ਪਰ ਐਸੋ ਥਾਨ, ਆਪਸ ਵਿੱਚ ਗੱਲਾਂ ਕਰਦੇ ਨੇ ਉਹ ਨਾਈ ਤੇ ਬ੍ਰਾਹਮਣ, ਕਹਿੰਦੇ ਇਹੋ ਜਿਹਾ ਜਿਹੜਾ ਥਾਂ ਆਪਾਂ ਅੱਜ ਵੇਖਿਆ ਆ ਕੇ, ਪ੍ਰਾਪਤ ਹੋਏ ਨਾ ਫਿਰੀਏ ਜਹਾਨ, ਆਪਾਂ ਸਾਰਾ ਜਹਾਨ ਫਿਰ ਲਈਏ, ਇਹੋ ਜਿਹਾ ਘਰ ਨਹੀਂ ਲੱਭ ਸਕਦਾ ਚੰਦੂ ਦੀ ਲੜਕੀ ਵਾਸਤੇ। ਇਹੋ ਜਿਹਾ ਘਰ, ਇਹੋ ਜਿਹਾ ਵਰ ਤੇ ਇਹੋ ਜਿਹਾ ਘਰ, ਦੋ ਚੀਜ਼ਾਂ ਹੁੰਦੀਆਂ ਵਰ ਤੇ ਘਰ। ਕਹਿੰਦੇ ਇਹੋ ਜਿਹਾ ਵਰ ਔਰ ਇਹੋ ਜਿਹਾ ਘਰ ਆਪਾਂ ਸਾਰਾ ਸੰਸਾਰ ਟੋਲ ਲਈਏ ਨਹੀਂ ਲੱਭ ਸਕਦਾ। ਜਿਮ ਚੰਦੂ ਨੇ ਹਮੋ ਜਨਾਇਓ, ਜਿਵੇਂ ਚੰਦੂ ਚਾਹੁੰਦਾ ਸੀ, ਜਿਵੇਂ ਉਹ ਕਹਿ ਰਿਹਾ ਸੀ ਵੀ ਮੈਨੂੰ ਕਿੱਦਾਂ ਦਾ ਘਰ ਚਾਹੀਦਾ, ਕਿੱਦਾਂ ਦਾ ਜਵਾਈ ਚਾਹੀਦਾ ਹੈ, ਸੋ ਤੀਨੋ ਸ਼ੁਭ ਇਤ ਦ੍ਰਿਸ਼ਟਾਇਓ, ਉਹ ਤਿੰਨੇ ਚੀਜ਼ਾਂ ਇੱਥੇ ਦਿਸਦੀਆਂ। ਉਹਨੇ ਕਿਹਾ ਸੀ ਵੀ ਤਿੰਨ ਚੀਜ਼ਾਂ ਵੇਖਿਓ, ਇੱਕ ਤਾਂ ਵੇਖਿਓ ਵੀ ਮੇਰੇ ਬਰਾਬਰ ਦੇ ਹੋਣੇ ਚਾਹੀਦੇ ਆ ਧਨ 'ਚ, ਸੰਪਦਾ ਵਿੱਚ। ਦੂਜਾ ਉਹਨੇ ਕਿਹਾ ਸੀ ਕੁੱਲ ਉੱਚੀ ਹੋਣੀ ਚਾਹੀਦੀ ਆ। ਤੀਜਾ ਉਹਨੇ ਕਿਹਾ ਸੀ ਜਿਹੜਾ ਬਾਲਕ ਹੋਵੇ ਉਹ ਸੋਹਣਾ ਹੋਵੇ, ਸੁੰਦਰ ਹੋਵੇ। ਇੱਥੇ ਤਿੰਨੇ ਚੀਜ਼ਾਂ ਮਿਲ ਰਹੀਆਂ ਹਨ। ਇਮ ਨਿਸ਼ਚੀ ਕਰਕੇ ਮਨ ਮਾਹੁ, ਏਦਾਂ ਉਸ ਬ੍ਰਾਹਮਣ ਨੇ ਤੇ ਨਾਈਆਂ ਨੇ ਆਪਸ ਵਿੱਚ ਸਲਾਹ ਕੀਤੀ। ਸਲਾਹ ਕਰਕੇ ਨਿਸ਼ਚਾ ਕਰ ਲਿਆ, ਨਿਰਣਾ ਕਰ ਲਿਆ ਕਿ ਇਸੇ ਘਰ ਦੇ ਵਿੱਚ ਦੀਵਾਨ ਚੰਦੂ ਦਾ ਸੰਬੰਧ ਜੁੜੇਗਾ। ਬੋਰ ਜਨਾਇਓ ਸ਼੍ਰੀ ਗੁਰ ਪਾਉ, ਆਪ ਪਹਿਲਾਂ ਫੈਸਲਾ ਕਰਕੇ ਫਿਰ ਇਹਨਾਂ ਨੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ। ਸ਼ਾਹ ਦੀਵਾਨ ਸੁਤਾ ਕੋ ਨਾਤਾ, ਕਹਿਣ ਲੱਗਾ ਹੇ ਗਰੀਬ ਨਵਾਜ, ਮੈਂ ਦੀਵਾਨ ਚੰਦੂ ਦਾ ਪੁਰੋਹਿਤ ਹਾਂ ਔਰ ਉਹਦੀ ਲੜਕੀ ਹੈ 7 ਵਰਸ ਉਹਦੀ ਆਯੂ ਹੈ। ਉਹਦਾ ਨਾਤਾ, ਉਹਦਾ ਰਿਸ਼ਤਾ ਲੈ ਕੇ ਮੈਂ ਆਪ ਜੀ ਦੇ ਚਰਨਾਂ 'ਚ, ਆਪ ਜੀ ਦੇ ਲਾਲ, ਆਪ ਜੀ ਦੇ ਸਾਹਿਬਜ਼ਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲਈ ਲੈ ਕੇ ਆਇਆ ਹਾਂ। ਕਰਿਓ ਚੈਤ ਹਮ ਤੁਮਰੀ ਤਾਤਾ, ਮਹਾਰਾਜ ਆਪ ਜੀ ਦੇ ਸਾਹਿਬਜ਼ਾਦੇ ਵਾਸਤੇ ਮੈਂ ਦੀਵਾਨ ਚੰਦੂ ਦੀ ਲੜਕੀ ਦਾ ਰਿਸ਼ਤਾ ਲੈ ਕੇ ਆਇਆ ਹਾਂ। ਹੀਰ ਚਲੀ ਅਬ ਦਿੱਲੀ ਜਾਏ, ਮਹਾਰਾਜ ਮੈਂ ਆਪਣੇ ਵੱਲੋਂ ਪੱਕਾ ਕਰ ਲਿਆ, ਘਰ-ਬਾਰ ਵੇਖ ਲਿਆ, ਮੇਰੇ ਮਨ ਦੀ ਤਸੱਲੀ ਹੋ ਗਈ ਹੈ ਤੇ ਮੈਂ ਹੁਣ ਇਹ ਸਾਰਾ ਕੁਝ ਵੇਖ ਕੇ ਵਾਪਸ ਦਿੱਲੀ ਦੀਵਾਨ ਚੰਦੂ ਕੋਲ ਜਾਵਾਂਗਾ। ਸਭ ਬਿਰਤਾਂਤ ਕੋ ਤਹਾਂ ਸੁਨਾਈ, ਔਰ ਆਪ ਜੀ ਦੇ ਘਰ ਬਾਰੇ, ਵਰ ਬਾਰੇ ਸਾਰੀ ਵਾਰਤਾ ਜਾ ਕੇ ਚੰਦੂ ਨੂੰ ਸੁਣਾਵਾਂਗਾ, ਦੱਸਾਂਗਾ। ਧੀਰ ਨਹੀਂ ਤੂਰਨ ਹਟ ਆਵੇਂ, ਤੇ ਮਹਾਰਾਜ ਆਪ ਜੀ ਇੱਕ ਵਾਰੀ ਹੁਣ ਆਗਿਆ ਦਿਓ ਤੇ ਮੈਂ ਦੇਰੀ ਨਹੀਂ ਲਾਵਾਂਗਾ, ਜਲਦੀ ਹੀ ਸਗਾਈ ਕਰਨ ਵਾਸਤੇ ਸ਼ਗਨ ਲੈ ਕੇ ਦੀਵਾਨ ਚੰਦੂ ਦੀ ਲੜਕੀ ਦਾ ਆਪ ਜੀ ਦੇ ਘਰ ਆਵਾਂਗਾ, ਆਪ ਜੀ ਦੇ ਲਾਲ ਲਈ। ਹਮੇ ਉੱਤਮ ਸੰਬੰਧ ਬਣਾਵੇ, ਮਹਾਰਾਜ ਮੇਰਾ ਜਿਹੜਾ ਕਰਮ ਹੈ ਇਹੀ ਧਰਮ ਹੈ ਮੇਰਾ ਕਿ ਮੈਂ ਵਿਚੋਲਗੀ ਕਰਦਾ, ਧੀਆਂ ਪੁੱਤਰਾਂ ਦੇ ਜਜਮਾਨਾਂ ਦੀਆਂ ਸ਼ਾਦੀਆਂ ਕਰਾਉਂਦਾ, ਰਿਸ਼ਤੇ ਜੋੜਦਾ ਹਾਂ। ਤੇ ਮਹਾਰਾਜ ਜਿਹੜੇ ਚੰਗੇ ਚੰਗੇ ਪਰਿਵਾਰ ਹੁੰਦੇ, ਉੱਤਮ ਰਿਸ਼ਤੇ ਹੁੰਦੇ ਐ, ਮੈਂ ਉਹ ਰਿਸ਼ਤੇ ਕਰਾਉਂਦਾ ਹਾਂ। ਸ਼੍ਰੀ ਅਰਜਨ ਦੋਨੋਂ ਸੰਗ ਪਾਖਾ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪੰਡਤ ਨੂੰ ਵੇਖਿਆ, ਜਿਹੜਾ ਨਾਈ ਸੀ ਉਹ ਵੀ ਨਾਲ ਖੜਾ ਹੈ। ਵੇਖ ਕੇ ਮਹਾਰਾਜ ਜੀ ਨਾਲ ਦੋਨਾਂ ਨੂੰ ਕਹਿਣ ਲੱਗੇ, ਹੋਵੇ ਸੋ ਜੋ ਰਾਮ ਰਚ ਰਾਖਾ। ਮਹਾਰਾਜ ਜੀ ਜਾਣੀ ਜਾਣਦੇ ਸੀ ਸਾਰੀ ਖੇਡ ਅੱਗੇ ਕੀ ਵਰਤਣੀ ਹੈ। ਪਾਤਸ਼ਾਹ ਕਹਿਣ ਲੱਗੇ, ਪੰਡਤ ਜੀ ਉਹੀ ਹੋਣਾ ਜੋ ਪਰਮੇਸ਼ਰ ਨੇ ਪਹਿਲਾਂ ਵਿਧੀ ਰਚ ਦਿੱਤੀ ਹੈ। ਹੋਇਆ ਸੋਏ ਜੋ ਰਾਮ ਰਚ ਰਾਖਾ, ਉਹੀ ਕੁਝ ਹੋਣਾ ਜੋ ਵਿਧਾਤੇ ਨੇ ਪਹਿਲਾਂ ਰਚਨਾ ਰਚ ਦਿੱਤੀ ਹੈ। ਭਵਿੱਖ ਵਿੱਚ ਜਿਹੜੀ ਹੋਣੀ ਵਰਤਣੀ ਹੈ ਉਹੀ ਕੁਝ ਹੋ ਕੇ ਰਹਿਣਾ ਹੈ। ਪਰਮੇਸ਼ਰ ਸਭ ਬਨਤ ਬਣਾਈ, ਪਰਮੇਸ਼ਰ ਨੇ ਆਪ ਹੀ ਸਾਰੀ ਬਣਤ ਬਣਾਈ ਹੋਈ ਹੈ, ਸਾਰੀ ਵੀ ਉਹਨੇ ਕੀ ਕਰਨਾ ਹੈ। ਅਸੀਂ ਜੋ ਸੋਚਦੇ ਹਾਂ ਕਈ ਵਾਰੀ ਪਰਮੇਸ਼ਰ ਨੇ ਉਹਦੇ ਤੋਂ ਉਲਟੀ ਕਰਨਾ ਹੁੰਦਾ ਹੈ। ਇਸ ਕਰਕੇ ਪੰਡਤ ਜੀ ਸਾਡਾ ਤਾਂ ਚਲੋ ਖਿਆਲ ਸ਼ੁਭ ਹੋਣਾ ਚਾਹੀਦਾ ਹੈ, ਹੋਣਾ ਉਹੀ ਹੈ ਜੋ ਪਰਮੇਸ਼ਰ ਨੇ ਕਰਨਾ ਹੈ। ਭਲੀ ਜੋਈ ਕਰਤ ਬਿਦ ਸਾਈ, ਸਾਈ ਨੇ ਉਹੀ ਕਰਨਾ ਜੋ ਸਾਡੇ ਭਲੇ ਚ ਹੋਵੇ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਅਸੀਂ ਜੋ ਮਰਜ਼ੀ ਸੋਚੀ ਜਾਈਏ, ਜੋ ਮਰਜ਼ੀ ਚਿਤਵੀ ਜਾਈਏ, ਪਰ ਉਸ ਸਾਈ ਨੇ, ਉਸ ਵਿਧਾਤੇ ਨੇ ਉਹਾ ਕੁਝ ਕਰਨਾ ਜੋ ਸਾਡੇ ਭਲੇ ਵਿੱਚ ਹੋਣਾ। ਹਾਂਜੀ, ਇਮ ਕਹਿ ਲਾਗ ਦੀਨ ਜਬ ਲਾਗੇ। ਇਦਾਂ ਕਹਿ ਕੇ ਮਹਾਰਾਜ ਜੀ ਨੇ ਖਜ਼ਾਨਚੀ ਨੂੰ ਕਿਹਾ ਵੀ ਪੰਡਤ ਜੀ ਹੁਣੀ ਆਏ ਐ, ਨਾਈ ਆਇਆ, ਰਾਜਾ ਆਇਆ ਨਾਲ, ਇਹਨਾਂ ਨੂੰ ਲਾਗ ਦਿਓ।
ਵੀ ਲਾਗ ਦੇਣ ਲੱਗੇ ਸ਼ਗਨ ਦੇਣ ਵਾਸਤੇ ਮਹਾਰਾਜ ਜੀ ਨੇ ਬਚਨ ਕੀਤਾ। ਲਿਓ ਨ ਤਿਨੋ ਕੈਤ ਗੁਰ ਆਗੇ। ਪੰਡਤ ਜੀ ਹੋਣਾ ਨੇ ਹੱਥ ਜੋੜੇ ਕਹਿੰਦੇ ਮਹਾਰਾਜ ਅੱਜ ਨਹੀਂ ਹਾਲੇ ਲਾਗ ਲੈਣਾ। ਜਬ ਐ ਹਮ ਦੂਸਰ ਬਾਰੀ। ਮਹਾਰਾਜ ਜਦੋਂ ਮੈਂ ਦੂਜੀ ਵੇਰੀ ਆਵਾਂਗਾ ਸ਼ਗਨ ਲੈ ਕੇ, ਨਾਲੇ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਸ਼ਗਨ ਦਾ ਤਿਲਕ ਦੇ ਜਾਵਾਂਗੇ, ਨਾਲੇ ਆਪਣਾ ਲਾਗ ਮਹਾਰਾਜ ਜੀ ਲੈ ਜਾਵਾਂਗੇ, ਹੁਣ ਨਹੀਂ ਲੈਣਾ। ਤਬ ਕਰ ਹੈ ਜਿਵੇਂ ਆਪ ਉਚਾਰੀ। ਫਿਰ ਮਹਾਰਾਜ ਜਿਵੇਂ ਆਪ ਜੀ ਹੁਣ ਕਹਿ ਰਹੇ ਹੋ ਇਹ ਬਚਨ ਆਪ ਜੀ ਦਾ ਫਿਰ ਮੰਨਾਂਗਾ ਮੈਂ ਜਦੋਂ ਦੁਬਾਰਾ ਆਵਾਂਗਾ। ਮਸਤਕ ਟੇਕ ਵਿਸਰਜਨ ਹੋਏ। ਏਦਾਂ ਉਹ ਪੰਡਤ ਨੇ ਮਹਾਰਾਜ ਪੰਜਵੇਂ ਪਾਤਸ਼ਾਹ ਨੂੰ ਮੱਥਾ ਟੇਕਿਆ, ਨਮਸਕਾਰ ਕਰਕੇ ਵਾਪਸ ਦਿੱਲੀ ਨੂੰ ਵਿਦਾ ਹੋ ਗਿਆ। ਗਮਨੇ ਤੂਰਨ ਦਿੱਲੀ ਦੋਏ। ਹੋਰ ਇਹਦੇ ਨਾਲ ਨਾਈ ਨੌਕਰ ਚਾਕਰ ਜਿਹੜੇ ਲਿਆਂਦੇ ਸੀ ਉਹਨਾਂ ਨੂੰ ਨਾਲ ਲੈ ਕੇ ਦਿੱਲੀ ਨੂੰ ਟੁਰ ਪਏ। ਦੋਹਰਾ ਦਿਜ ਗਮਨਿਓ ਦਿੱਲੀ ਦਿਸ਼ਾ, ਸਨੇ ਸਨੇ ਮਗ ਜਾਏ। ਪੰਡਤ ਜੀ ਦਿੱਲੀ ਦਿਸ਼ਾ ਨੂੰ ਮੁਖ ਕੀਤਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ। ਸਹਿਜੇ ਸਹਿਜੇ ਰਸਤੇ ਦਾ ਪੰਧ ਪੈਂਡਾ ਮੁਕਾਉਂਦਾ ਦਿੱਲੀ ਨੂੰ ਵੱਧ ਰਿਹਾ ਹੈ। ਪਹੁੰਚੀ ਚੰਦੂ ਕੀ ਸਦਨ, ਆਸ਼ਿਕ ਦਈ ਵਧਾਏ। ਚੰਦੂ ਦੇ ਘਰ ਜਾ ਕੇ ਪਹੁੰਚੇ, ਜਾ ਕੇ ਅਸੀਸ ਦਿੱਤੀ, ਆਖਿਆ ਦੀਵਾਨ ਚੰਦੂ ਵਧਾਈ ਹੋਵੇ, ਵਧਾਈਆਂ ਹੋਣ ਤੁਹਾਨੂੰ। ਏਦਾਂ ਵਧਾਈਆਂ ਦਿੰਦਾ ਆਇਆ ਤੇ ਨਾਲੇ ਆਸ਼ੀਰਵਾਦ ਦਿੰਦਾ, ਕਿਉਂਕਿ ਕੁਲ ਪੁਰੋਹਿਤ ਸੀ ਨਾ, ਤੇ ਚੰਦੂ ਇਹਦਾ ਜਜਮਾਨ ਸੀ। ਤੋ ਜਜਮਾਨ ਨੂੰ ਜਿਹੜੇ ਕੁਲ ਪੁਰੋਹਿਤ ਹੁੰਦੇ ਆ ਅਸੀਸ ਦਿੰਦੇ ਆ। ਅਸੀਸ ਦਿੰਦਾ ਜੀ ਲੰਮੀ ਉਮਰ ਹੋਵੇ ਦੀਵਾਨ ਚੰਦੂ ਤੇਰੀ, ਤੈਨੂੰ ਵਧਾਈਆਂ ਹੋਣ, ਜਜਮਾਨ ਤੈਨੂੰ ਵਧਾਈਆਂ ਹੋਣ, ਏਦਾਂ ਕਹਿੰਦਾ ਆਉਂਦਾ। ਸਵਈਆ ਚੰਦ ਬੈਠ ਸਮੀਪ ਸੁਨਾਵਨ ਕੀਨਸ। ਦੀਵਾਨ ਚੰਦੂ ਦੇ ਪਾਸ ਬੈਠ ਕੇ ਬ੍ਰਾਹਮਣ ਨੇ ਆ ਕੇ ਸਾਰਾ ਪ੍ਰਸੰਗ ਦੱਸਿਆ। ਵਿਚਰੀ ਜੈ ਕੈ ਪੁਰ ਸਮੁਦਾਇ। ਦੱਸਿਆ, ਆਖਿਆ ਦੀਵਾਨ ਜੀ ਅਸੀਂ ਬਹੁਤ ਨਗਰਾਂ ਵਿੱਚ ਭਾਲ ਕੀਤੀ, ਬਹੁਤ ਸ਼ਹਿਰਾਂ ਵਿੱਚ ਜਾ ਕੇ ਵੇਖਿਆ ਭਾਲਿਆ, ਨੈ ਪਾਇਓ ਸੰਬੰਧ ਕਿਸੀ ਥਲ। ਪਰ ਵੱਡੇ ਵੱਡੇ ਨਗਰਾਂ 'ਚ ਫਿਰਨ ਦੇ ਬਾਵਜੂਦ ਵੀ ਤੇਰੇ ਬਰਾਬਰ ਦਾ ਘਰ ਨਹੀਂ ਸੀ ਲੱਭਦਾ। ਜੋ ਜੋ ਸਾਨੂੰ ਚਾਹੀਦਾ ਸੀ ਜਿਵੇਂ ਤੂੰ ਕਿਹਾ ਸੀ ਉਹ ਉੱਥੇ ਨਹੀਂ ਸੀ ਮਿਲਦਾ। ਲਾਪੁਰਤੀ ਸੁਧ ਕੋ ਪੁਨ ਪਾਏ। ਅਸੀਂ ਚਲਦੇ ਚਲਦੇ ਲਾਹੌਰ ਸ਼ਹਿਰ ਪਹੁੰਚ ਗਏ, ਉੱਥੇ ਸਾਨੂੰ ਕੁਝ ਖਬਰ ਮਿਲੀ ਸਿੱਖਾਂ ਕੋਲੋਂ। ਵਿਖਿਓ ਪਹੁੰਚ ਕੇ ਭਲੋ ਟਿਕਾਨੋ। ਫਿਰ ਜਾ ਕੇ ਸਾਨੂੰ ਇੱਕ ਭਲਾ ਟਿਕਾਣਾ ਲੱਭਿਆ, ਇੱਕ ਸ੍ਰੇਸ਼ਟ ਘਰ ਜਿਹੜਾ ਤੇਰੇ ਘਰ ਦੇ ਬਰਾਬਰ ਹੈ ਉਹ ਘਰ ਲੱਭਿਆ। ਸੋਢੀ ਬੰਸ ਵਿਦਤ ਸਭ ਥਾਏ। ਸੋਢੀਆਂ ਦਾ ਬੰਸ ਜੋ ਸਾਰੇ ਜਗਤ ਵਿੱਚ ਵਿਦਤ ਹੈ, ਸਾਰੇ ਜਗਤ ਵਿੱਚ ਪ੍ਰਗਟ ਹੈ। ਸ਼੍ਰੀ ਰਘੁਬਰ ਕੀ ਕੁਲ ਅਕਲੰਕ। ਇਹ ਕਲੰਕ ਰਹਿਤ ਕੁਲ ਹੈ ਸੋਢੀਆਂ ਦੀ। ਸੋਢ ਬੰਸ ਉਪਜਿਆ ਜਥਾ। ਮਹਾਰਾਜ ਕਲਗੀਧਰ ਜੀ ਨੇ ਸੋਢੀ ਬੰਸ ਦੀ ਕਥਾ ਲਿਖੀ ਹੈ। ਮਹਾਰਾਜ ਪਾਤਸ਼ਾਹ ਜੀ ਦੀ ਸੋਢੀ ਬੰਸ ਬੜੀ ਉੱਤਮ ਹੈ, ਅਕਲੰਕ ਹੈ, ਕਲੰਕ ਰਹਿਤ ਹੈ। ਜੋ ਜਗਤ ਪੂਜਿਐ ਅਬ ਗੁਰ ਸੁਖਦਾਏ। ਸਾਰੇ ਜਗਤ ਦੇ ਪੂਜਨੀਏ ਨੇ ਮਹਾਰਾਜ, ਔਰ ਸਾਰੇ ਜਗਤ ਦੇ ਗੁਰੂ ਹਨ। ਕੁਲ ਆਛੀ ਤਨ ਗਨ ਬਰ ਸੁੰਦਰ। ਤਿੰਨ ਚੀਜ਼ਾਂ ਜਿਹੜੀਆਂ ਤੂੰ ਕਹੀਆਂ ਸੀ ਤਿੰਨੇ ਨੇ ਉਹਨਾਂ ਦੇ ਘਰ 'ਚ। ਕੁਲ ਵੀ ਚੰਗੀ ਹੈ, ਸੋਢੀ ਕੁਲ ਹੈ, ਫਿਰ ਧਨ ਦੀ ਉੱਥੇ ਕਮੀ ਕੋਈ ਨਹੀਂ। ਉੱਥੇ ਤਾਂ ਕੰਗਲੇ ਆਉਂਦੇ ਤੇ ਉਹ ਵੀ ਰਾਜੇ ਬਣ ਕੇ ਜਾਂਦੇ ਨੇ। ਇਹੋ ਜਿਹਾ ਧਨਵਾਨ ਘਰ ਹੈ, ਬਰ ਸੁੰਦਰ। ਫਿਰ ਜਿਹੜਾ ਵਰ ਹੈ ਉਹਦੀ ਤਾਂ ਗੱਲ ਹੀ ਕੀ ਕਰੀਏ, ਕਿਤਨਾ ਸੁੰਦਰ ਹੈ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦਾ ਨਾਮ ਹੈ, ਇੰਨੇ ਸੁੰਦਰ ਨੇ ਕਿ ਉਹਨਾਂ ਦੀ ਸੁੰਦਰਤਾ ਕਹੀ ਨਹੀਂ ਜਾ ਸਕਦੀ। ਤੋਏ ਕਿਉ ਜਸ ਦੇਖਿਓ ਜਾਏ। ਜਿਵੇਂ ਦੀਵਾਨ ਜੀ ਤੁਸੀਂ ਕਿਹਾ ਸੀ, ਅਸੀਂ ਉਸੇ ਤਰ੍ਹਾਂ ਦਾ ਹੀ ਘਰ ਲੱਭਿਆ, ਉਸੇ ਤਰ੍ਹਾਂ ਦਾ ਹੀ ਵਰ ਲੱਭਿਆ। ਤਬ ਤਨ ਜਾ ਕੀ ਭਾਗ ਵੱਡੀ ਲਖ। ਤੇਰੀ ਧੀ ਦੇ ਵੱਡੇ ਭਾਗ ਨੇ, ਚੰਗੇ ਕਰਮ ਨੇ ਕਿ ਇਹੋ ਜਿਹਾ ਘਰ ਉਹਨੂੰ ਮਿਲਿਆ। ਬਨੇ ਪੂਜ ਜਗ ਮਾਤ ਕਹਾਏ। ਜਦੋਂ ਤੇਰੀ ਧੀ ਉਸ ਘਰ 'ਚ ਵਿਆਹ ਕੇ ਜਾਏਗੀ ਉਹ ਪੂਜਨੀਏ ਹੋ ਜਾਏਗੀ, ਜਗਤ ਦੀ ਮਾਤਾ ਹੋ ਜਾਏਗੀ, ਕਿਉਂਕਿ ਗੁਰੂ ਸਾਹਿਬ ਦੇ ਲੜ ਲੱਗਣਾ ਤੇ ਗੁਰੂ ਪਾਤਸ਼ਾਹ ਦੇ ਲੜ ਲੱਗ ਕੇ ਉਹਨੇ ਜਗਤ ਦੀ ਮਾਤਾ ਹੋ ਜਾਣਾ। ਸੋ ਕਰ ਊਨ ਨ ਕਿਸੋਂ ਬਿਦ। ਉਹ ਘਰ ਕਿਸੇ ਵੀ ਪ੍ਰਕਾਰ ਨਾਲ ਊਣ ਨਹੀਂ,
ਪੂਰੇ ਦਾ ਘਰ ਪੂਰਾ ਹੈ। ਕਰ ਹਮ ਤੋ ਹੀਰ ਰਹੀ ਹਰ ਖਾਏ। ਅਸੀਂ ਤਾਂ ਵੇਖ ਕੇ ਬੜੇ ਖੁਸ਼ ਹੋਏ ਆ। ਅਸੀਂ ਤਾਂ ਆਪਣੇ ਵੱਲੋਂ ਤੇਰੀ ਧੀ ਦਾ ਨਾਤਾ ਉੱਥੇ ਪੱਕਾ ਕਰ ਆਏ ਹਾਂ। ਇਤ ਤੂੰ ਵੱਡੋ ਦੀਵਾਨ ਸ਼ਾਹ ਕੋ। ਇਧਰ ਤੂੰ ਵੱਡਾ ਦੀਵਾਨ ਹੈ ਬਾਦਸ਼ਾਹ ਦਾ, ਉਧਰ ਉਹ ਘਰ ਬੜਾ ਵੱਡਾ ਘਰ ਹੈ, ਇਧਰ ਤੂੰ ਬਾਦਸ਼ਾਹ ਦਾ ਵੱਡਾ ਦੀਵਾਨ ਹੈ। ਉਤ ਜਗ ਗੁਰ ਜਿਮ ਚਾਹੀ ਬਨਾਏ। ਇਧਰ ਤੂੰ ਦੀਵਾਨ ਹੈ ਬਾਦਸ਼ਾਹ ਦਾ, ਉਧਰ ਉਹ ਜਗਤ ਦੇ ਗੁਰੂ ਨੇ ਬੜੇ ਵੱਡੇ, ਜੋ ਚਾਹੇ ਮਰਜ਼ੀ ਬਣਾ ਸਕਦੇ ਆ, ਜੋ ਚਾਹੇ ਮਰਜ਼ੀ ਕਰ ਸਕਦੇ ਹਨ। ਤਿੰਨ ਬਿਨ ਅਪਰ ਖੋਜਿਆਮ ਥਾਕੇ। ਤੇਰੀ ਧੀ ਵਾਸਤੇ ਕੋਈ ਜਿਹੜਾ ਵਰ ਘਰ ਜਿੱਦਾਂ ਦਾ ਤੈਨੂੰ ਚਾਹੀਦਾ ਅਸੀਂ ਲੱਭ ਲੱਭ ਕੇ ਥੱਕ ਗਏ ਆ। ਉਹਨਾਂ ਦੇ ਘਰ ਵਰਗਾ, ਉਹਨਾਂ ਦੇ ਘਰ ਵਿੱਚ ਜਿਹੜਾ ਵਰ ਲੱਭ ਕੇ ਆਏ ਆ ਉਸ ਵਰ ਵਰਗਾ ਸਾਨੂੰ ਕੋਈ ਵਰ ਘਰ ਕਿਤੇ ਨਜ਼ਰ ਨਹੀਂ ਆਇਆ। ਨੈ ਪਾਇਓ ਵਿਚਰੀ ਬਹੁ ਦੇਸ਼। ਅਸੀਂ ਬੜੇ ਦੇਸ਼ ਫਿਰ ਕੇ ਵੇਖੇ, ਵੱਡੇ ਵੱਡੇ ਸ਼ਹਿਰ, ਵੱਡੇ ਵੱਡੇ ਨਗਰ ਗ੍ਰਾਮ, ਚੌਧਰੀਆਂ ਰਾਜਿਆਂ ਰਾਣਿਆਂ ਨੂੰ ਜਾ ਜਾ ਕੇ ਵੇਖਿਆ। ਸ਼੍ਰੀ ਨਾਨਕ ਗਾਦੀ ਪਰ ਥਿਤੇ। ਉਹ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਉੱਤੇ ਬਿਰਾਜਮਾਨ ਨੇ, ਪੰਜਵੇਂ ਮਾਲਕ ਨੇ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ। ਸ਼੍ਰੀ ਅਰਜਨ ਗੁਰ ਨਾਮ ਕੈਸੋ। ਉਹਨਾਂ ਦਾ ਨਾਮ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਹੈ। ਸਾਰੇ ਜਗਤ ਵਿੱਚ ਉਹਨਾਂ ਦਾ ਨਾਮ ਵਿਦਤ ਹੈ, ਪ੍ਰਗਟ ਹੈ। ਮਹਾ ਪ੍ਰਤਾਪ ਪੂਜਤੇ ਚੌਂ ਦਿਸ਼। ਉਹਨਾਂ ਦਾ ਬੜਾ ਵੱਡਾ ਪ੍ਰਤਾਪ ਹੈ। ਚੌਂ ਦਿਸ਼ਾਵਾਂ ਦੇ ਲੋਕ ਉਹਨਾਂ ਦੀ ਪੂਜਾ ਕਰਦੇ ਨੇ, ਉਹਨਾਂ ਦੇ ਚਰਨ ਮਨਾਉਂਦੇ ਹਨ। ਦਰ ਵਿਭੂਖਨ ਚੜੀ ਵਿਸ਼ੇਸ਼। ਫਿਰ ਉਹਨਾਂ ਦੇ ਘਰ ਵਿੱਚ ਧਨ, ਗਹਿਣੇ, ਆਭੂਸ਼ਣ, ਬਸਤਰ, ਪਟਾਵਾਂ ਉਹ ਬਹੁਤ ਅਧਿਕ ਗਿਣਤੀ ਵਿੱਚ ਚੜ੍ਹਦੀਆਂ ਨੇ। ਉਹਨਾਂ ਦੀ ਗਿਣਤੀ ਮਿਣਤੀ ਕੋਈ ਨਹੀਂ। ਪੀਰ ਹਜ਼ਾਰਨ ਲੋਕਨ ਕੀਰੈ। ਹਜ਼ਾਰਾਂ ਸੰਗਤਾਂ ਦੀ ਭੀੜ ਇਕੱਠ ਉਹਨਾਂ ਦੇ ਚਰਨਾਂ 'ਚ ਰਹਿੰਦਾ ਹੈ। ਤੇ ਸੰਗਤਾਂ ਵੀ ਦੀਵਾਨ ਚੰਦੂ ਖਬਰੇ ਕਿੱਥੋਂ ਕਿੱਥੋਂ ਆਉਂਦੀਆਂ, ਕਿੰਨੀ ਕਿੰਨੀ ਦੂਰੋਂ, ਕੋਈ ਕਾਬਲ ਤੋਂ, ਕੋਈ ਧੰਨੀ ਖੇਪ ਤੋਂ, ਕੋਈ ਮੁਲਤਾਨ ਤੋਂ, ਕੋਈ ਕਸ਼ਮੀਰ ਤੋਂ, ਇਧਰੋਂ ਜਗਨਨਾਥਪੁਰੀ ਤੋਂ, ਢਾਕੇ ਤੋਂ, ਕਲਕੱਤੇ ਤੋਂ, ਬੜੀ ਦੂਰੋਂ ਦੂਰੋਂ ਸੰਗਤਾਂ ਉਹਨਾਂ ਦੇ ਪਾਸ ਚੱਲ ਕੇ ਆਉਂਦੀਆਂ ਹਨ। ਕਰੀ ਨਮੋ ਤਰ ਭਾਉ ਅਸ਼ੇਸ਼। ਔਰ ਉਹਨਾਂ ਦੇ ਚਰਨਾਂ ਤੇ ਆ ਕੇ ਸੰਗਤਾਂ ਨਮਾਮ ਕਰਦੀਆਂ ਔਰ ਆਪਣੇ ਹਿਰਦੇ ਦੀ ਭਾਵਨਾ, ਪ੍ਰੇਮ, ਸ਼ਰਧਾ ਉਹਨਾਂ ਦੇ ਚਰਨਾਂ 'ਚ ਸੰਗਤਾਂ ਪ੍ਰਗਟ ਕਰਦੀਆਂ ਹਨ। ਵਰ ਕੀ ਸੂਰਤ ਸੁੰਦਰ ਅਤਿਸ਼ੈ। ਐ ਦੀਵਾਨ, ਜੇ ਮੈਂ ਵਰ ਦੀ ਗੱਲ ਕਰਾਂ ਵੀ ਉਹ ਬਾਲਕ ਜਿਹੜਾ ਵਰ ਅਸੀਂ ਵੇਖ ਕੇ ਆਏ ਆ, ਉਹਨਾਂ ਦੀ ਸੂਰਤ ਇਤਨੀ ਸੁੰਦਰ ਹੈ ਕਿ ਸੁੰਦਰ ਸ਼ਬਦ ਤੋਂ ਇਲਾਵਾ ਕੁਝ ਹੋਰ ਸੁਝਦਾ ਹੀ ਨਹੀਂ ਵੀ ਕੀ ਆਖੀਏ, ਵੀ ਹੋਰ ਕਿੰਨੇ ਸੁੰਦਰ ਨੇ। ਸੁੰਦਰਤਾ ਸ਼ਬਦ ਵੀ ਉਹਨਾਂ ਦੀ ਸੁੰਦਰਤਾ ਦੇ ਸਾਹਮਣੇ ਛੋਟਾ ਪ੍ਰਤੀਤ ਹੁੰਦਾ ਹੈ। ਮਨੋ ਕ੍ਰਿਸ਼ਨ ਕੇ ਏ ਅਵਤਾਰ। ਬ੍ਰਾਹਮਣ ਸੀ ਨਾ, ਹੁਣ ਉਹਦੀ ਆਸਥਾ ਸੀ ਭਗਵਾਨ ਕ੍ਰਿਸ਼ਨ ਜੀ ਤੇ। ਕਹਿਣ ਲੱਗਾ ਵੀ ਮੈਨੂੰ ਤਾਂ ਇਉਂ ਜਾਪਦਾ ਵੀ ਇਹ ਕ੍ਰਿਸ਼ਨ ਜੀ ਦਾ ਹੀ ਰੂਪ ਸਨ, ਕਿਉਂਕਿ ਉਹਨੇ ਤਾਂ ਆਪਣੇ ਇਸ਼ਟ ਨੂੰ ਵੇਖਣਾ ਸੀ ਨਾ। ਇਹ ਨਹੀਂ ਜਾਣਦਾ ਵੀ ਸਤਿਗੁਰੂ ਜੀ ਤਾਂ ਪਰਮੇਸ਼ਰ ਦਾ ਅਵਤਾਰ ਨੇ, ਅਕਾਲ ਪੁਰਖ ਦਾ ਅਵਤਾਰ ਨੇ, ਪਰ ਉਹ ਬ੍ਰਾਹਮਣ ਸੀ, ਉਹਦੀ ਆਸਥਾ ਕ੍ਰਿਸ਼ਨ ਜੀ ਤੇ ਸੀ। ਇਸ ਕਰਕੇ ਕਹਿ ਰਿਹਾ, ਕਹਿੰਦਾ ਮੈਨੂੰ ਤਾਂ ਕ੍ਰਿਸ਼ਨ ਜੀ ਦਾ ਹੀ ਰੂਪ ਨਜ਼ਰ ਆਏ ਨੇ। ਅਪਰ ਬਿਖੇ ਦੁੱਤ ਐਸੀ ਹੋਏ ਨਾ। ਕਿਉਂਕਿ ਜਿਹੋ ਜੀ ਦੁਤੀ, ਜਿਹੋ ਜੀ ਕ੍ਰਾਂਤੀ, ਜਿਹੋ ਜੀ ਸੁੰਦਰਤਾ ਉਹਨਾਂ ਦੇ ਸਰੂਪ 'ਚ ਮੈਂ ਵੇਖੀ ਹੈ ਨਾ ਦੀਵਾਨ ਜੀ, ਉਹ ਕਿਸੇ ਹੋਰ ਵਿੱਚ ਨਹੀਂ ਨਜ਼ਰ ਆਉਂਦੀ, ਕਿਸੇ ਹੋਰ ਵਿੱਚ ਨਹੀਂ ਦਿਸਦੀ। ਜ਼ਰੂਰ ਕੋਈ ਅਵਤਾਰੀ ਪੁਰਸ਼ ਹਨ ਜਿਨੋ ਹੀਰ ਮੋਹਿਤ ਨਰ ਨਾਰ। ਜਿਨ੍ਹਾਂ ਦੇ ਦਰਸ਼ਨ ਕਰਕੇ ਨਰ ਨਾਰੀਆਂ ਮੋਹੇ ਜਾਂਦੇ ਨੇ। ਐਸਾ ਸੋਹਣਾ ਰੂਪ ਹੈ ਉਹਨਾਂ ਦਾ, ਐਸੇ ਸੁੰਦਰ ਦਰਸ਼ਨ ਨੇ ਕਿ ਦਰਸ਼ਨ ਕਰਦਿਆਂ ਨਰ ਨਾਰੀਆਂ ਮੋਹੇ ਜਾਂਦੇ ਨੇ। ਦੇਖਤ ਰਹੀ ਖਰੀ ਇੱਕ ਟਕ ਸੋ। ਔਰ ਇੱਕ ਟਕੀ ਲਾ ਕੇ ਅਸੀਂ ਉਹਨਾਂ ਦੇ ਦਰਸ਼ਨ, ਜਦੋਂ ਉਹ ਆਏ ਨਾ ਤੇ ਐ ਦੀਵਾਨ ਜੀ ਕੀ ਦਸੀਏ, ਅੱਖਾਂ ਫਰਕਾਣ ਨੂੰ ਦਿਲ ਨਹੀਂ ਸੀ ਕਰਦਾ। ਇੱਕ ਟਕੀ ਲਾ ਕੇ ਅਸੀਂ ਦਰਸ਼ਨ ਕਰੀ ਜਾਂਦੇ ਤੇ ਅੱਖਾਂ ਨਹੀਂ ਸੀ ਫਰਕਾਣ ਨੂੰ ਚਿੱਤ ਕਰਦਾ ਵੀ ਜੇ ਅੱਖਾਂ ਫਰਕਾਈਆਂ ਤੇ ਇੰਨਾ ਸਮਾਂ ਇਹਨਾਂ ਦੇ ਦਰਸ਼ਨ ਨਹੀਂ ਹੋਣੇ। ਕਹਿੰਦੇ ਐਸੇ ਸੋਹਣੇ ਦਰਸ਼ਨ ਸੀ ਉਹਨਾਂ ਦੇ। ਬੰਦਨ ਕਰ ਹੋਵਤ ਬਲਿਹਾਰ। ਉਹਨਾਂ ਦੇ ਚਰਨਾਂ ਤੇ ਬੰਦਨਾ ਕਰਕੇ ਅਸੀਂ ਬਲਿਹਾਰ ਹੋਏ ਹਾਂ, ਵਾਰੇ ਵਾਰੇ ਗਏ ਹਾਂ, ਕੁਰਬਾਨ ਹੋ ਗਏ ਹਾਂ। बीच सभा उडगन में दीपत। ਇਦਾਂ ਜਾਪਦਾ ਸੀ ਜਿਵੇਂ ਤਾਰਿਆਂ ਦੀ ਸਭਾ ਵਿੱਚ ਚੰਦਰਮਾ ਬੈਠਾ ਹੋਵੇ। ਗੁਰੂ ਹਰਗੋਬਿੰਦ ਸਾਹਿਬ ਇੰਨੇ ਸੁੰਦਰ ਸੀ,
ਏਦਾਂ ਸੋਹਣੇ ਜਾਪਦੇ ਸੀ ਜਿਵੇਂ ਤਾਰਿਆਂ ਦੇ ਮੰਡਲ ਦੇ ਵਿੱਚ ਚੰਦਰਮਾ ਨਹੀਂ ਵੱਖਰਾ ਦਿਸਦਾ ਸੋਹਣਾ, ਏਦਾਂ ਨਜ਼ਰ ਆਉਂਦੇ ਸੀ ਛੇਵੇਂ ਪਾਤਸ਼ਾਹ। ਚਾਂਦੀ ਅਮੰਦ ਬਿਲਾਂਦੀ ਉਦਾਰ, ਜਿਵੇਂ ਪੁੰਨਿਆਂ ਦਾ ਚੰਦਰਮਾ ਹੁੰਦਾ ਨਾ ਬੜਾ ਸੋਹਣਾ, ਉਹ ਚੰਦਰਮਾ ਵਿੱਚ ਵੀ ਕਲੰਕ ਦਿਸਦਾ, ਪਰ ਕਹਿੰਦੇ ਜੇ ਉਹ ਨਿਸ਼ਕਲੰਕ ਵੀ ਹੁੰਦਾ ਨਾ ਚੰਦਰਮਾ, ਉਹਨੂੰ ਕਲੰਕ ਨਾ ਵੀ ਲੱਗਾ ਹੁੰਦਾ ਤੇ ਫਿਰ ਵੀ ਉਹਨਾਂ ਦੀ ਸੁੰਦਰਤਾ ਅੱਗੇ ਚੰਦਰਮਾ ਨੇ ਫਿੱਕਾ ਪੈਣਾ ਸੀ, ਫਿਰ ਵੀ ਉਹਨਾਂ ਦੀ ਸੁੰਦਰਤਾ ਦੀ ਬਰਾਬਰੀ ਨਹੀਂ ਸੀ ਕਰ ਪਾਉਣੀ ਚੰਦਰਮਾ ਨੇ। ਦੋਹਰਾ ਨਵ ਸੰਮਤ ਕੀ ਬੈਸਿਐ ਸਜੀ ਵਿਭੂਖਨ ਬ੍ਰਿੰਦ, ਔਰ ਉਹਨਾਂ ਦੇ ਸਰੀਰ ਦੀ ਆਯੂ 9 ਬਰਸ, 9 ਤੋਂ 10 ਦੇ ਵਿਚਕਾਰ ਹੈ ਆਯੂ ਉਹਨਾਂ ਦੀ, ਔਰ 9 ਬਰਸ ਦੀ ਉਮਰ ਵਿੱਚ ਨਵੀਨ ਬੈਸ ਹੈ, ਔਰ ਅਨੇਕ ਪ੍ਰਕਾਰ ਦੇ ਆਭੂਸ਼ਣਾਂ ਨਾਲ ਉਹ ਅਲੰਕ੍ਰਿਤ ਸਨ, ਅਨੇਕ ਪ੍ਰਕਾਰ ਦੇ ਵਿਭੂਖਣ ਸਰੀਰ ਤੇ ਉਹਨਾਂ ਦੇ ਸਜੇ ਹੋਏ ਸਨ। ਸੁੰਦਰ ਦੀ ਸਰੀਰ ਸਿਸ ਬਰ ਸ਼੍ਰੀ ਹਰਿ ਗੋਬਿੰਦ, ਉਹਨਾਂ ਦਾ ਸਰੀਰ ਬੜਾ ਸੁੰਦਰ ਔਰ ਬਹੁਤ ਵਿਸ਼ਾਲ, ਲੰਮੀਆਂ ਬਾਹਾਂ, ਬੜਾ ਬਲੀ ਸਰੀਰ, ਬਲਵਾਨ ਸਰੀਰ। 9 ਬਰਸ ਦੀ ਉਮਰ ਵਿੱਚ ਹੀ ਇਉਂ ਜਾਪਦੇ ਸੀ ਜਿਵੇਂ 18-19 ਵਰ੍ਹਿਆਂ ਦੇ ਹੋਣ, ਏਡਾ ਬਲਵਾਨ ਸਰੀਰ, ਉੱਚਾ ਲੰਮਾ ਕੱਦ, ਔਰ ਸਿਸ ਬਰ ਸ਼੍ਰੀ ਹਰਿ ਗੋਬਿੰਦ। ਬਰ ਕਹਿੰਦੇ ਨੇ ਸ੍ਰੇਸ਼ਟ ਵਰ ਨੂੰ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦਾ ਨਾਮ ਹੈ। ਸਵਈਆ ਚੰਦ ਸੁਨ ਦੀਵਾਨ ਜੀ ਭਾਗ ਆਪਨੇ, ਇਹ ਦੀਵਾਨ ਜੀ ਸੁਣੋ, ਤੁਸੀਂ ਆਪਣੇ ਭਾਗ ਸਵੱਲੇ ਜਾਣੋ। ਜਗ ਮੋ ਸਭ ਤੇ ਧਨ ਨਿਹਾਰ, ਕਿ ਜਿਹੜੇ ਇਸ ਜਗਤ ਵਿੱਚ ਸਭ ਤੋਂ ਧਨ ਨੇ ਪੁਰਖ ਹਨ, ਜਿਸ ਕੋ ਭਇਓ ਜਮਾਤਾ ਐਸੋ, ਐਸੇ ਸਤਿਗੁਰੂ ਜੀ ਜਦੋਂ ਤੇਰੇ ਜਮਾਤਾ ਕਹੀਏ ਦਮਾਦ ਬਣਨਗੇ ਤੇ ਤੂੰ ਵੀ ਕਿੰਨਾ ਧਨ ਹੋ ਜਾਏਗਾ, ਤੇਰੇ ਕਿੰਨੇ ਸਵੱਲੇ ਭਾਗ ਹੋਣਗੇ। ਸੀਵੇਂ ਮਿਲ ਕੇ ਲੋਕ ਹਜ਼ਾਰ, ਜਿਨ੍ਹਾਂ ਦੀ ਹਜ਼ਾਰਾਂ ਨਹੀਂ ਲੱਖਾਂ ਲੋਕ ਸੇਵਾ ਕਰਦੇ ਆ, ਪੂਜਦੇ ਆ, ਉਹ ਜਦੋਂ ਤੇਰੇ ਸੰਬੰਧੀ ਹੋਣਗੇ, ਤੇਰੇ ਜਮਾਤਾ ਹੋਣਗੇ, ਦਾਮਾਦ ਹੋਣਗੇ, ਤੇ ਤੂੰ ਆਪ ਅੰਦਾਜ਼ਾ ਲਾ ਲੈ ਦੀਵਾਨ, ਤੇਰੇ ਕਿੰਨੇ ਭਾਗ ਚੰਗੇ ਹੋਣਗੇ। ਸੁਦਾ ਸਰੋਵਰ ਮੈਂ ਹਰ ਮੰਦਰ, ਸੁਦਾ ਸਰੋਵਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਉਪਮਾ ਕੀ ਕਹੀਏ, ਉਹਨਾਂ ਦਾ ਵਸਾਇਆ ਨਗਰ, ਉਹਨਾਂ ਦਾ ਵਸਾਇਆ ਸ਼ਹਿਰ ਕਿਤਨਾ ਸੁੰਦਰ, ਔਰ ਅੰਮ੍ਰਿਤਸਰ ਸਰੋਵਰ ਚ ਬਣਾਏ ਜੋ ਹਰੀ ਮੰਦਰ ਨੇ ਉਹ ਕਿਤਨੇ ਸੁੰਦਰ ਨੇ, ਉਹ ਮਹਿਮਾ ਕਹੀ ਨਹੀਂ ਜਾ ਸਕਦੀ। ਧਨ ਲਗਾਈ ਗਨ ਕੀਨਸ ਤਿਆਰ, ਬੇਅੰਤ ਮਾਇਆ ਖਰਚ ਕੇ ਉਹਨਾਂ ਨੇ ਐਸਾ ਸੋਹਣਾ ਦਰਬਾਰ ਬਣਾਇਆ, ਸਜਾਇਆ। ਤਿਸ ਮੈਂ ਬੈਠ ਸੁਹਾਵਤ ਨਿਤ ਪ੍ਰਤ, ਉਸ ਸੋਹਣੇ ਸ਼੍ਰੀ ਹਰਿਮੰਦਰ ਸਾਹਿਬ ਚ ਬੈਠ ਕੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਸੰਗਤਾਂ ਨੂੰ ਦਰਸ਼ਨ ਦਿੰਦੇ ਹਨ। ਚੌਂ ਦਿਸ਼ ਕੀ ਸੰਗਤ ਦੇ ਕਾਰ, ਚਾਰਾਂ ਦਿਸ਼ਾਵਾਂ ਦੀਆਂ ਸੰਗਤਾਂ ਬੇਅੰਤ ਪ੍ਰਕਾਰ ਦੀਆਂ ਭਟਾਵਾਂ ਲਿਆ ਕੇ ਤਿਨਾਂ ਦੇ ਚਰਨਾਂ ਚਰਪਣ ਕਰਦੀਆਂ ਹਨ। ਚੰਦੂ ਸੁਨਤ ਅਨਕ ਕੋ ਕਰ ਕੈ, ਜਦੋਂ ਚੰਦੂ ਨੇ ਸੁਣਿਆ ਨਾ, ਹੁਣ ਹੰਕਾਰੀ ਬੰਦੇ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੁੰਦੀ ਹੈ, ਉਹ ਕਿਸੇ ਦੀ ਉਪਮਾ ਨਹੀਂ ਸੁਣ ਸਕਦਾ ਆਪਣੇ ਤੋਂ ਇਲਾਵਾ। ਗੁਰੂ ਘਰ ਦੀ ਵਡਿਆਈ ਉਹਨੇ ਜਦੋਂ ਸੁਣੀ ਵੀ ਇਹਦੇ ਤੋਂ ਵੀ ਵੱਧ ਮਹਿਮਾ ਚੰਦੂ ਦੀ, ਚੰਦੂ ਨੇ ਵੇਖਿਆ ਵੀ ਗੁਰੂ ਘਰ ਦੀ ਉਪਮਾ ਬੜੀ ਕਰੀ ਜਾਂਦੇ, ਮੇਰੇ ਤੋਂ ਵੀ ਵੱਡੇ ਹੋ ਗਏ। ਹੰਕਾਰਿਆ ਜੋ ਸੀ, ਇਹਦੀ ਜਿਵੇਂ ਅਣਖ ਜੀ ਨਹੀਂ ਹੁੰਦੀ, ਉਹ ਝੂਠੀ ਅਣਖ, ਇੱਕ ਹੁੰਦਾ ਸਵੈ ਅਭਿਮਾਨ, ਇੱਕ ਕੱਲਾ ਅਭਿਮਾਨ ਹੁੰਦਾ। ਉਹ ਜਿਹੜਾ ਕੱਲਾ ਅਭਿਮਾਨ ਉਹ ਝੂਠੀ ਅਣਖ, ਉਹ ਝੂਠੀ ਜੀ ਅਣਖ ਜੀ ਕੀਤੀ ਇਹਨੇ ਗੁੱਸੇ ਵਿੱਚ ਆ ਕੇ। ਦਰਬ ਜਾਤ ਕੋ ਉਰ ਹੰਕਾਰ, ਇਹਨੂੰ ਆਪਣੇ ਰੁਤਬੇ ਦਾ, ਆਪਣੇ ਧਨ ਦਾ, ਆਪਣੀ ਉੱਚੀ ਜਾਤੀ ਦਾ ਬਹੁਤ ਜ਼ਿਆਦਾ ਮਾਣ ਸੀ, ਹੰਕਾਰ ਸੀ। ਨੀਕ ਨਮਾਨੀ ਕੀਨ ਬਖਾਨੀ, ਇਹਨੇ ਗੁਰੂ ਘਰ ਦੇ ਇਸ ਸੰਬੰਧ ਨੂੰ ਸਹੀ ਨਹੀਂ ਮੰਨਿਆ ਤੇ ਬੋਲਿਆ, ਨੈ ਜਾਨੀ ਤੁਮਨੇ ਨਿਰਤਾਰ। ਮਾਨੀ ਬੋਲਿਆ ਹੰਕਾਰੀ, ਕਹਿਣ ਲੱਗਾ ਤੁਸੀਂ ਮੇਰੀ ਗੱਲ ਨੂੰ ਸਮਝੇ ਨਹੀਂ ਪੰਡਤ ਜੀ, ਜਿਵੇਂ ਮੈਂ ਕਿਹਾ ਸੀ ਤੁਹਾਨੂੰ, ਤੁਸੀਂ ਮੇਰੀ ਗੱਲ ਨੂੰ ਆਪਣੇ ਹਿਰਦੇ 'ਚ ਨਿਰਣੇ ਨਹੀਂ ਕੀਤਾ। ਸਦਨ 28 ਉੱਤਮ ਖੱਤਰੀ ਮੈਂ, ਕਹਿੰਦਾ ਮੈਂ 2.5 ਘਰਾ ਹਾਂ। ਖੱਤਰੀਆਂ ਦੇ ਖਾਲਸਾ ਜੀ ਇੱਕ ਸ਼ਰੀਣ ਗੋਤ ਹੁੰਦੇ, ਜਿਹੜੇ ਮੁੱਖ ਰੂਪ ਹੁੰਦੇ ਖੱਤਰੀਆਂ ਦੇ, ਉਹ 2.5 ਘਰੇ ਕਹੇ ਜਾਂਦੇ। ਉਹਨਾਂ ਵਿੱਚੋਂ ਅੱਗੇ ਜਿਹੜੀਆਂ ਹੋਰ ਪ੍ਰਜਾਤੀਆਂ ਜਾਤੀਆਂ ਗੋਤ ਵੱਖੋ ਵੱਖਰੇ ਨਿਕਲਦੇ, ਉਹਨਾਂ ਨੂੰ ਸ਼ਰੀਣ ਗੋਤ। ਜਿਹੜੇ 2.5 ਘਰੇ ਹੁੰਦੇ ਜਿਵੇਂ ਅਰੋੜੇ ਵਗੈਰਾ, ਇਹ 2.5 ਘਰਿਆਂ 'ਚ ਆਉਂਦੇ। ਇਹ ਜਿਹੜੇ ਬਾਕੀ ਖੱਤਰੀ ਨੇ, ਦੂਜੇ ਜਿਹੜੇ ਹੋਰ ਗੋਤ ਨੇ, ਉਹਨਾਂ ਨੂੰ ਨੀਵਾਂ ਮੰਨਦੇ, ਉਹਨਾਂ ਨੂੰ ਕਹਿੰਦੇ ਸ਼ਰੀਣ ਗੋਤ ਨੇ।
ਕਹਿੰਦੇ ਸ਼ੁੱਧ ਨਹੀਂ, ਅਸੀਂ ਪਿਓਰ ਆ ਬਿਲਕੁਲ। ਇਉਂ ਇਹ ਢਾਈ ਘਰਾ ਸੀ। ਕਹਿੰਦਾ ਅਸੀਂ ਖੱਤਰੀਆਂ ਢਾਈ ਘਰੇ, ਸਾਡਾ ਉੱਤਮ ਗੋਤ ਹੈ, ਉੱਤਮ ਵਰਣ ਹੈ, ਉੱਚੀ ਕੁਲ ਹੈ। ਤਿਨਮੋ ਉੱਚੀ ਕੁਲ ਚਾਰੂ। ਅਸੀਂ ਢਾਈ ਘਰਿਆਂ ਚ ਆਉਨੇ ਆ ਤੇ ਢਾਈ ਘਰਿਆਂ ਵਿੱਚ ਸਾਡਾ ਉੱਤਮ ਖੱਤਰੀਆਂ ਦਾ ਉੱਚੀ ਕੁਲ ਚਾਰ ਹੈ। ਸੋਢੀ ਬੰਸ ਸ਼੍ਰੀਣ ਸੋ ਖੱਤਰੀ। ਜਿਹੜਾ ਸੋਢੀ ਬੰਸ ਦੀ ਗੱਲ ਤੁਸੀਂ ਕਰਦੇ ਹੋ, ਇਹ ਤਾਂ ਸ਼੍ਰੀਣ ਖੱਤਰੀ ਹੁੰਦੇ ਆ, ਇਹ ਸ਼ੁੱਧ ਥੋੜੀ ਹੁੰਦੇ ਆ, ਇਹਨਾਂ ਦੀ ਉੱਚੀ ਜਾਤੀ ਥੋੜੀ ਹੈ, ਉੱਚੀ ਕੁਲ ਥੋੜੀ ਹੈ। ਸਾਡੀ ਕੁਲ ਉੱਚੀ ਹੈ। ਹੰਕਾਰਿਆ ਕਹਿੰਦਾ ਚੰਦੂ, ਕਹਿੰਦਾ ਸਾਡਾ ਅਸੀਂ ਢਾਈ ਘਰੇ ਆ, ਉਹ ਸ਼੍ਰੀਣ ਨੇ, ਉਹ ਸ਼੍ਰੀਣ ਖੱਤਰੀਆਂ ਦੇ ਵਿੱਚੋਂ ਨੀਵੇਂ ਥਲ ਤੇ ਹਨ। ਨੀਵੇਂ ਥਲ ਹਮ ਤੇ ਉਰਤਾਰ। ਮੇਰੀ ਕੁਲ ਨਾਲੋਂ ਉਹਨਾਂ ਦੀ ਕੁਲ ਨੀਵੀਂ ਹੈ, ਉਹ ਨੀਵੇਂ ਕੁਲ ਨੂੰ ਧਾਰਨ ਵਾਲੇ ਹਨ। ਹਮ ਉੱਤਮ ਚੋਬਾਰੇ ਸਮੈ। ਹੰਕਾਰਿਆ ਬੋਲਿਆ ਚੰਦੂ ਮਲੇਛ, ਕਹਿੰਦਾ ਅਸੀਂ ਹਾਂ ਉੱਤਮ ਕੁਲ ਵਾਲੇ, ਚੁਬਾਰੇ ਦੇ ਸਮਾਨ ਆ। ਸਭ ਕਰਤੇ ਊਚੋ ਜਿਮ ਹੋਏ। ਹੁਣ ਜਿਹੜਾ ਚੁਬਾਰਾ ਬਣਿਆ ਹੁੰਦਾ ਨਾ, ਘਰ ਵਿੱਚ ਸਭ ਤੋਂ ਉੱਤੇ ਬਣਿਆ ਹੁੰਦਾ, ਉੱਚੇ ਥਾਂ ਤੇ ਬਣਿਆ ਹੁੰਦਾ। ਕਹਾਂ ਸ਼ਰੀਣ ਹਮ ਤੇ ਬਹੁ ਨੀਚ। ਜਿਹੜੇ ਸ਼ਰੀਣ ਨੇ, ਸ਼ਰੀਣ ਸੋਢੀ ਨੇ, ਇਹਦਾ ਬਹੁਤ ਨੀਵੇਂ ਨੇ ਸਾਡੇ ਤੋਂ। ਜਥਾ ਸਦਨ ਕੀ ਮੋਰੀ ਜੋਏ। ਕਹਿੰਦੇ ਜਿਵੇਂ ਕਿਸੇ ਘਰ ਵਿੱਚ ਥੱਲੇ ਮੋਰੀ ਨਹੀਂ ਕੱਢੀ ਹੁੰਦੀ, ਪਾਣੀ ਘਰ ਦਾ ਬਾਹਰ ਕੱਢਣ ਵਾਸਤੇ ਨੀਵੇਂ ਥਾਂ ਤੇ ਬਿਲਕੁਲ ਥੱਲੇ, ਕਹਿੰਦੇ ਜਿਹੜੇ ਸ਼ਰੀਣ ਨੇ ਸੋਢੀ, ਇਹ ਸਾਡੇ ਸਾਹਮਣੇ ਮੋਰੀ ਦੇ ਤੁੱਲ ਨੇ। ਸਾਡੀ ਕੁੱਲ ਉੱਚੀ, ਅਸੀਂ ਜਿਵੇਂ ਚੁਬਾਰਾ ਹੁੰਦਾ, ਚੁਬਾਰੇ ਦੇ ਸਮਾਨ ਉੱਚੇ, ਚੁਬਾਰਾ ਸਭ ਤੋਂ ਉੱਚਾ ਹੁੰਦਾ ਘਰ 'ਚ, ਤੇ ਘਰ ਵਿੱਚ ਜਿਹੜੀ ਮੋਰੀ ਕੱਢੀ ਹੁੰਦੀ ਪਾਣੀ ਕੱਢਣ ਲਈ, ਉਹ ਸਭ ਤੋਂ ਨੀਵੀਂ ਹੁੰਦੀ ਆ ਥੱਲੇ। ਇਹ ਸ਼ਰੀਣ ਸੋਢੀ ਨੇ, ਇਹ ਮੋਰੀ ਦੇ ਤੁੱਲ ਨੇ। ਤਨੀਆਂ ਈਟ ਚੁਬਾਰੇ ਕੀ ਮਮ। ਮੇਰੀ ਧੀ ਸਦਾ ਕੌਰ ਚੁਬਾਰੇ ਦੀ ਇੱਟ ਸੀ, ਚੁਬਾਰੇ ਦੀ ਇੱਟ ਕਹੀ ਜਾ ਸਕਦੀ ਹੈ। ਮੋਰੀ ਸਮ ਕੁਲ ਮੈਂ ਦੀ ਸੋਏ। ਤੇ ਮੋਰੀ ਦੇ ਸਮਾਨ ਜਿਹੜੀ ਸੋਢੀਆਂ ਦੀ ਕੁੱਲ ਹੈ, ਤੁਸੀਂ ਚੁਬਾਰੇ ਦੀ ਇੱਟ ਉਸ ਮੋਰੀ ਨੂੰ ਲਾਇਓ, ਇਹ ਤੁਸੀਂ ਚੰਗਾ ਕਰਕੇ ਆਇਓ। ਚੰਦੂ ਬੜਾ ਗੁੱਸੇ 'ਚ ਕਹਿੰਦਾ ਉਹਨਾਂ ਨੂੰ, ਪੰਡਤ ਨੂੰ, ਕਹਿੰਦਾ ਫਿਰ ਆ ਕੇ ਮੈਨੂੰ ਵਧਾਈ ਦਿੰਦੇ ਹੋ ਤੁਸੀਂ? ਚੁਬਾਰੇ ਦੀ ਇੱਟ ਤੁਸੀਂ ਜਾ ਕੇ ਮੋਰੀ ਦੀ ਕੁੱਲ, ਜਿਹੜੀ ਮੋਰੀ ਦੇ ਸਮਾਨ ਨੀਵੀਂ ਕੁੱਲ ਸ਼ਰੀਣ ਹੈ, ਉਹਦੇ ਵਿੱਚ ਲਾਇਓ, ਤੇ ਦੱਸੋ ਇਹ ਕਿਹੜਾ ਤੁਸੀਂ ਚੰਗਾ ਕੰਮ ਕਰਕੇ ਆਏ ਹੋ? ਜਥਾ ਯੋਗ ਨੇ ਕੁਛ ਵਿਚਾਰਿਓ। ਤੁਸੀਂ ਜਥਾ ਯੋਗ ਕੋਈ ਗੱਲ ਦੀ ਵਿਚਾਰ ਨਹੀਂ ਕੀਤੀ ਪੰਡਤ ਜੀ, ਤੁਸੀਂ ਵਿਚਾਰ ਕਰਕੇ ਵੇਖਣਾ ਸੀ। ਅਸਮੰਜਸ ਜਾਣੇ ਸਭ ਕੋਏ। ਇਹ ਬੜੀ ਵੱਡੀ ਅਸਮੰਜਸ ਵਾਲੀ ਗੱਲ, ਇਹ ਤਾਂ ਸਾਰਿਆਂ ਨੂੰ ਪਤਾ। ਤੂੰ ਤਾਂ ਪੰਡਤ ਹੈ, ਸਾਡੀ ਕੁਲ ਦਾ ਪ੍ਰੋਹਿਤ ਆ, ਤੈਨੂੰ ਪਤਾ ਨਹੀਂ ਸਾਡੀ ਕੁਲ ਢਾਈ ਘਰਿਆਂ ਦੀ ਹੈ, ਤੇ ਤੈਨੂੰ ਇਹ ਨਹੀਂ ਪਤਾ ਦੇ ਸਿਰੇ ਤੇ ਉੱਪਰ ਹੁੰਦੀ ਹੈ ਮੋਰੀ ਲੱਗੀ ਜੋ ਸਭ ਤੇ ਨੀਵ। ਤੇ ਤੂੰ ਮੋਰੀ ਜਿਹੜੀ ਸਭ ਤੋਂ ਨੀਵੀਂ ਹੁੰਦੀ ਆ, ਉੱਥੇ ਲਾ ਕੇ ਆ ਗਿਆ। ਪੰਡਤਾ ਦੱਸੇ ਤੂੰ ਕਿਹੜਾ ਕੋ ਵਧੀਆ ਕੰਮ ਕਰਕੇ ਆਇਆ? 3 ਵਾਰ ਤਕਰਾਰ ਕਰਿਓ ਇਮ। ਏਦਾਂ ਇਹ ਗੱਲ ਇਹਨੇ 3 ਵਾਰੀ ਕਹੀ ਵੀ ਤੂੰ ਚੁਬਾਰੇ ਦੀ ਇੱਟ ਮੋਰੀ ਨੂੰ ਲਾਇਆ। ਇਹ ਗੱਲ ਇਹਨੇ 3 ਵਾਰੀ ਕਹੀ ਪਾਪੀ ਚੰਦੂ ਨੇ। ਪੁੰਨ ਬੋਲਿਓ ਤਨ ਕਿਆ ਢਿਗ ਥੀਵ। ਫਿਰ ਬੋਲਿਆ ਮਲੇਛ, ਕਿਉਂਕਿ ਇਦਾਂ ਦੇ ਬੰਦੇ ਜਦੋਂ ਬੋਲਦੇ ਆ ਨਾ, ਤੇ ਫਿਰ ਜਿਵੇਂ ਕਹਾਵਤ ਆ ਵੀ ਮੁਰਦਾ ਬੋਲੇ ਤੇ ਖੱਫਣ ਪਾੜੇ, ਇਹੋ ਜਿਹੇ ਬੰਦਿਆਂ ਦੇ ਮੂੰਹ 'ਚ ਇਹੋ ਜਿਹੀਆਂ ਗੱਲਾਂ ਨਿਕਲਦੀਆਂ। ਪਹਿਲੇ ਬੋਲ ਕੇ ਹਟਿਆ, ਫਿਰ ਦੂਜਾ ਬੋਲ ਪਿਆ, ਕਹਿਣ ਲੱਗਾ ਫਿਰ ਤੂੰ ਕਹਿਣਾ ਵੀ ਉਹ ਧਨਵਾਨ ਬੜੇ ਨੇ, ਮੇਰੇ ਬਰਾਬਰ ਕੀ ਧਨ ਹੋਣਾ ਉਹਨਾਂ ਕੋਲ? ਤੂੰ ਕਹਿਣਾ ਪੰਡਤ ਵੀ ਉਹਨਾਂ ਕੋਲ ਧਨ ਬੜਾ ਆਉਂਦਾ, ਮੇਰੇ ਬਰਾਬਰ ਕੀ ਧਨ ਹੋ ਸਕਦਾ ਉਹਨਾਂ ਕੋਲ? ਗੁਜਰ ਫਕੀਰਨ ਜੈਸੀ ਤਿਸਕੇ। ਉਹਨਾਂ ਦੀ ਫਕੀਰਾਂ ਵਰਗੀ ਗੁਜਰ, ਮੈਂ ਬਾਦਸ਼ਾਹੀ ਠਾਠ ਵਿੱਚ ਰਹਿਣ ਵਾਲਾ, ਮਹਿਲਾਂ ਮਾੜੀਆਂ ਦਾ ਮਾਲਕ ਆਂ। ਪੂਜਾ ਲਈ ਆਹਾਰ ਕਰੀਵ। ਉਹਨਾਂ ਕੋਲ ਤਾਂ ਲੋਕ ਪੂਜਾ ਦਾ ਪੈਸਾ ਭੇਟ ਕਰਦੇ ਤਾਂ ਜਾ ਕੇ ਰੋਟੀ ਖਾਂਦੇ ਨੇ। ਆਨ ਚੜਾਵੇ ਤੋ ਤਨ ਪਾਵੇ। ਜੇ ਲਿਆ ਕੇ ਚੜਾਵਾ ਚੜਾ ਦੇਣ ਤੇ ਰੋਟੀ ਖਾ ਲੈਂਦੇ, ਜੇ ਨਾ ਆਵਣ ਤਾਂ ਫਿਰ ਕਿੱਥੋਂ ਖਾਣਗੇ? ਹਾਂਜੀ, ਨਾ ਤਾਂ ਬੈਠੇ ਰਹੇ ਸਦੀਵ। ਨਹੀਂ ਤਾਂ ਬੈਠੇ ਰਹਿਣਗੇ ਜੇ ਚੜਾਵਾ ਨਾ ਆਵੇ। ਪਰ ਇਹਨੂੰ ਨਹੀਂ ਪਤਾ ਸਤਿਗੁਰਾਂ ਦੇ ਘਰ ਦੀ ਤਾਂ ਸੋਭਾ ਦੂਣ ਸਵਾਈ ਵਧਣੀ ਆ ਦਿਨ ਪ੍ਰਤੀ ਦਿਨ। ਮਲੇਸ਼ ਕਹਿੰਦਾ ਜੇ ਉਹਨਾਂ ਦੇ ਘਰ ਵਿੱਚ ਪੂਜਾ ਦਾ ਧਾਨ ਨਾ ਆਇਆ ਤੇ ਫਿਰ ਤਾਂ ਉਹ ਬੈਠੇ ਰਹਿਣਗੇ, ਕਿੱਥੋਂ ਖਾਣਗੇ ਰੋਟੀ? ਹਾਂਜੀ,
ਦੇਸ਼ ਪਰਗਨਾ ਨਹੀਂ ਅਜ਼ਾਰੇ। ਨਾ ਉਹਨਾਂ ਕੋਲ ਕੋਈ ਦੇਸ਼ ਹੈ ਕਿ ਨਾ ਉਹਨਾਂ ਕੋਲ ਕੋਈ ਪਰਗਣਾ, ਨਾ ਕੋਈ ਉਹਨਾਂ ਨੂੰ ਕੋਈ ਮਾਫੀ ਹੋਈ ਆ ਬਾਦਸ਼ਾਹ ਵੱਲੋਂ। ਨੈ ਦੀਵਾਨ ਕਿਸਈ ਮਈ ਪਾਲ। ਨਾ ਉਹ ਕਿਸੇ ਰਾਜੇ ਦੇ ਦੀਵਾਨ ਨੇ, ਨਾ ਕਿਤੇ ਉਹਨਾਂ ਕੋਲ ਬਾਦਸ਼ਾਹੀ ਠਾਠ ਹੈ। ਨਹੀਂ ਕਨੋ ਵਿਵਹਾਰ ਚਲਾਵੇਂ। ਨਾ ਕੋਈ ਉਹਨਾਂ ਦਾ ਵਪਾਰ ਚੱਲਦਾ, ਨਾ ਕੋਈ ਉਹਨਾਂ ਦੀਆਂ ਦੁਕਾਨਾਂ ਚੱਲਦੀਆਂ ਨੇ। ਜੈ ਤੇ ਆਵੇ ਦਰਬ ਵਿਸਾਲ। ਜਿੱਥੋਂ ਉਹਨਾਂ ਨੂੰ ਧਨ ਦੀ ਆਮਦਨ ਹੋਣੀ, ਬਸ ਪੂਜਾ ਦਾ ਹੀ ਧਨ ਹੈ ਜਿਹੜਾ ਆਉਂਦਾ। ਮੈਂ ਦੀਵਾਨ ਵੱਡ ਪਾਤਸ਼ਾਹ ਕੋ। ਮੈਂ ਦੀਵਾਨ ਆ, ਤੈਨੂੰ ਪਤਾ ਵੱਡੇ ਬਾਦਸ਼ਾਹ ਦਾ, ਹਿੰਦੁਸਤਾਨ ਦਾ ਕਿੱਡਾ ਵੱਡਾ ਬਾਦਸ਼ਾਹ ਜਿਹਦਾ ਮੈਂ ਦੀਵਾਨ ਆ। ਜਿਤ ਕਿਤ ਮੋਰੋ ਹੁਕਮ ਅਟਾਲ। ਮੇਰਾ ਅਟਲ ਹੁਕਮ ਚੱਲਦਾ ਜਿੱਧਰ ਕਿੱਧਰ, ਹਰ ਪਾਸੇ ਮੇਰਾ ਹੁਕਮ ਤੇ ਮੇਰਾ ਬੋਲ ਬਾਲਾ ਹੈ। ਮਾਂ ਪਿਦਾਇਸ਼ ਧਨ ਕੀ ਮੇਰੇ ਕੋਲ ਧਨ ਦੀ ਪਦਾਇਸ਼ ਕਿੰਨੀ ਆ ਵੇਖ, ਗਿਣਤੀ ਕੋਈ ਨਹੀਂ ਕਿੰਨਾ ਕੁ ਧਨ ਕਿਧਰੋਂ ਕਿਧਰੋਂ ਚੱਲ ਕੇ ਆਉਂਦਾ। ਡਰਤ ਲੋਕ ਮੁਝ ਲਖੀ ਕਰਾਲ। ਮੈਨੂੰ ਬੜਾ ਡਰਾਵਣਾ ਤੇ ਕਰਾਲ ਸਮਝ ਕੇ ਨਾ, ਭਿਆਨਕ ਲੋਕ ਆਪੇ ਡਰ ਡਰ ਕੇ ਮੈਨੂੰ ਪੈਸਾ ਦੇ ਕੇ ਜਾਂਦੇ ਆ। ਮੇਰਾ ਭੈ ਤੇ ਡਰ ਮੰਨ ਕੇ ਚੜਾਵਾ ਚੜਾ ਕੇ ਜਾਂਦੇ ਆ। ਜਾਂ ਤੇ ਪੀ ਮਮ ਸਮ ਕੋ ਨਾਇਦ। ਇਸ ਕਰਕੇ ਧਨ ਵਿੱਚ ਵੀ ਉਹ ਮੇਰੇ ਬਰਾਬਰ ਕੋਈ ਨਹੀਂ, ਮੇਰੇ ਬਰਾਬਰ ਸੰਪਦਾ ਵਿੱਚ ਵੀ ਕੋਈ ਨਹੀਂ। ਤੁਮਨੇ ਕੀਨਸ ਕਹਾਂ ਵਿਚਾਰ। ਖਬਰੇ ਪੰਡਤ ਜੀ ਤੁਸੀਂ ਅੱਖਾਂ ਮੀਚ ਕੇ ਰਿਸ਼ਤਾ ਕਰਕੇ ਆਏ ਹੋ, ਕੀ ਵਿਚਾਰ ਕੀਤੀ ਹੈ ਤੁਸੀਂ ਇਸ ਗੱਲ ਨੂੰ ਨਹੀਂ ਵਿਚਾਰਿਆ। ਜਾਤ ਨਹੀਂ ਵਿਵਹਾਰ ਪਛਾਨਿਓ। ਨਾ ਤੁਸੀਂ ਮੇਰੇ ਬਰਾਬਰ ਉਹਨਾਂ ਦੀ ਜਾਤੀ ਵੇਖੀ, ਨਾ ਕੋਈ ਮੇਰੇ ਬਰਾਬਰ ਦਾ ਉਹਨਾਂ ਦੇ ਵਿਵਹਾਰ ਨੂੰ ਘਰ-ਬਾਰ ਨੂੰ ਵੇਖਿਆ। ਨੈ ਜਾਣਿਓ ਮੁਝ ਜਥਾ ਉਦਾਰ। ਇਹ ਨਹੀਂ ਜਾਣਿਆ ਜਿਵੇਂ ਮੈਂ ਅਮੀਰ ਆ, ਏਦਾਂ ਮੇਰੇ ਵਾਂਗੂ ਉਹ ਅਮੀਰ ਨਹੀਂ ਹਨ। ਹੋਏ ਅਣਜਾਨ ਬਖਾਨੋ ਮਹਿਮਾ। ਫਿਰ ਅਣਜਾਣ ਬਣ ਕੇ ਤੂੰ ਆ ਕੇ ਮੇਰੇ ਸਾਹਮਣੇ ਉਹਨਾਂ ਦੀ ਮਹਿਮਾ ਕਰਦਾ, ਉਹਨਾਂ ਦੀ ਵਡਿਆਈ ਕਰਦਾ ਹੈ। ਕਿਆ ਤਿਸ ਕੋ ਤੁਮ ਲੀਨ ਨਿਹਾਰ। ਕੀ ਵੇਖ ਆਇਆ ਤੂੰ ਉਹਨਾਂ ਦਾ, ਇਹੋ ਜਿਹਾ ਕਿਹੜਾ ਪ੍ਰਤਾਪ ਉਹਨਾਂ ਦਾ ਤੂੰ ਤੱਕ ਆਇਆ। ਸਿੱਖ ਰੰਕਨ ਕੀ ਪੀਰ ਰਾਏ ਟਿਗ। ਰੰਕ ਜੇ ਸਿੱਖ ਨੇ ਜਿਹੜੇ ਉਹਨਾਂ ਦੇ ਕੋਲ ਗਰੀਬੜੇ ਜੇ ਰਹਿੰਦੇ ਹੋਣਗੇ। ਇਹ ਪ੍ਰਭਾਵ ਇੱਕ ਕੀ ਨਹੀਂ ਉਚਾਰ। ਬਸ ਤੂੰ ਆਹ ਪ੍ਰਭਾਵ ਵੇਖ ਲਿਆ ਵੀ ਲੋਕ ਮੱਥਾ ਟੇਕਦੇ, ਉਹ ਰੰਕ ਜੇ ਗਰੀਬ ਜੇ ਸਿੱਖ ਉਹਨਾਂ ਦੇ ਕੋਲ ਆਉਂਦੇ ਹੋਣਗੇ ਜਿਹੜੇ ਮੱਥਾ ਟੇਕਦੇ ਆ, ਤੇ ਉਹ ਵੇਖ ਕੇ ਪ੍ਰਭਾਵ ਤੇ ਤੂੰ ਆ ਕੇ ਮੇਰੇ ਕੋਲ ਉਹਨਾਂ ਦੀ ਉਪਮਾ, ਉਹਨਾਂ ਦੇ ਸੋਹਲੇ ਗਾ ਰਿਹਾ। ਕਰਿਓ ਸੁ ਕਰਿਓ ਮਾਨ ਮੈਂ ਲੀਨਸ। ਚੱਲ ਹੁਣ ਜੇ ਕਰ ਆਇਆ ਤੇ ਕਰ ਆਇਆ ਮੈਂ ਮੰਨ ਲੈਣਾ। ਚੰਦੂ ਫਿਰ ਕਹਿੰਦਾ ਚੱਲ ਹੁਣ ਜੇ ਕਰ ਆਇਆ ਤੋ ਠੀਕ ਹੈ ਮੈਂ ਹੁਣ ਮੰਨ ਲੈਣਾ। ਇਸਕੇ ਹਿਤ ਸੁਨੋ ਦੇ ਕਾਨ। ਇਹਦਾ ਵੀ ਕਾਰਨ ਹੈ ਵੀ ਕਿਉਂ ਮੰਨਦਾ। ਜੇ ਤੂੰ ਹੁਣ ਕਰ ਆਇਆ ਤੇ ਮੈਂ ਮੰਨ ਲੈਣਾ, ਇਹਦਾ ਇੱਕ ਕਾਰਨ ਹੈ ਕਿਉਂ ਮੰਨਦਾ। ਸੁਣ, ਸੁਤਾ ਸੰਬੰਧ ਕਰਨ ਕੇ ਕਾਰਨ। ਕਿ ਸਾਡਾ ਜਿਹੜਾ ਖੱਤਰੀਆਂ ਦਾ ਸੁਭਾਅ ਹੈ, ਤੈਨੂੰ ਪਤਾ ਵੀ ਅਸੀਂ ਆਪਣੀਆਂ ਧੀਆਂ ਦੇ ਰਿਸ਼ਤੇ ਕਰਨ ਲਈ ਪਠੇ ਵਿਪਰ ਕੋ ਆਪਣੇ ਥਾਨ। ਆਪਣੀ ਥਾਂ ਤੇ ਬ੍ਰਾਹਮਣ ਨੂੰ ਭੇਜਦੇ ਆ ਵੀ ਤੇਰੇ 'ਚ ਅਸੀਂ ਆਪਣਾ ਆਪ ਰੱਖ ਕੇ ਭੇਜਣ ਲੱਗੇ ਆ, ਵੀ ਜਿਹੋ ਜਿਹਾ ਮੈਨੂੰ ਮੇਰਾ ਦਮਾਦ ਚਾਹੀਦਾ ਉਦਾਂ ਦੀ ਭਾਲ ਕਰੀ, ਵੀ ਤੇਰੇ ਵਿੱਚ ਅਸੀਂ ਵਰਤਣਾ। ਯਾਨੀ ਕਿ ਆਪਣੀ ਪੂਰੀ ਅਥਾਰਟੀ, ਆਪਣਾ ਪੂਰਾ ਮਾਣ ਜਿਹੜਾ ਉਹ ਬ੍ਰਾਹਮਣ ਨੂੰ ਦੇ ਕੇ ਭੇਜਦੇ ਹਾਂ। ਜੈ ਕਰ ਆਏ ਉਚਿਤ ਸੋ ਮਾਨਨ। ਫਿਰ ਉਹ ਬ੍ਰਾਹਮਣ ਜਿੱਥੇ ਕਰਕੇ ਆ ਜਾਂਦਾ ਰਿਸ਼ਤਾ, ਸਾਡੇ ਲਈ ਕਰਤੱਵ ਹੁੰਦਾ ਵੀ ਉਹਨੂੰ ਉਚਿਤ ਕਰਕੇ ਮੰਨ ਲੈਣਾ। ਕਰਿਓ ਸੰਬੰਧ ਜੇ ਦੇਖ ਬਖਾਨ। ਹੁਣ ਤੂੰ ਜਾ ਕੇ ਵੇਖ ਕੇ ਸੰਬੰਧ ਜੇ ਕਰ ਆਇਆ ਹੈ, ਨੈ ਮਾਨੇ ਤੋ ਦੋਸ਼ ਲਗੇ। ਹੁਣ ਇਹ ਸਾਨੂੰ ਮੰਨਣਾ ਹੀ ਪਏਗਾ। ਜੇ ਨਾ ਮੰਨਾਂਗੇ ਤੇ ਸਾਡੇ ਤੇ ਦੋਸ਼ ਲੱਗੇਗਾ ਵੀ ਬ੍ਰਾਹਮਣ ਦੀ ਕੀਤੀ ਨੂੰ ਅਸੀਂ ਨਹੀਂ ਮੰਨਿਆ। ਜਦੋਂ ਤੈਨੂੰ ਪੂਰੀ ਤਾਕਤ ਦੇ ਕੇ ਭੇਜਿਆ, ਵੀ ਆਪਣੇ ਆਪ ਤੈਨੂੰ ਦੇ ਕੇ ਭੇਜ ਦਿੱਤਾ ਆਪਣੀ ਜਗ੍ਹਾ ਤੇ, ਵੀ ਇਹ ਸਮਝਿਆ ਵੀ ਅਸੀਂ ਆਪ ਹੀ ਜਾ ਰਹੇ ਹਾਂ ਤੇਰੇ ਰੂਪ 'ਚ ਭਾਲ ਕਰਨ, ਤੇ ਜੇ ਤੂੰ ਹੁਣ ਕਰ ਆਇਆ ਤੇ ਅਸੀਂ ਨਾ ਮੰਨੀਏ ਤੇ ਇਹ ਵੀ ਸਾਡੇ ਤੇ ਦੋਸ਼ ਹੈ। ਤੇ ਤਨੀਆ ਪਤੀ ਕੋ ਦੁਤੀਆ ਠਾਨ। ਤੇ ਹੁਣ ਜੇ ਤੂੰ ਜਾ ਕੇ ਭਾਲ ਕਰ ਆਇਆ ਇਸਤਰੀ, ਮੇਰੀ ਲੜਕੀ ਵਾਸਤੇ ਪਤੀ ਦੀ ਭਾਲ ਕਰ ਆਇਆ, ਤੇ ਮੈਂ ਹੁਣ ਦੂਜਾ ਵਰ ਲੱਭਣ ਵਾਸਤੇ ਟੁਰਾਂ ਆਪਣੀ ਲੜਕੀ ਲਈ। ਪਹਿਲਾਂ ਇੱਕ ਤੂੰ ਭਾਲ ਆਇਆ, ਫਿਰ ਦੂਜੇ ਵਾਸਤੇ ਸੰਕਲਪ ਕਰਾਂ, ਇਹਦੇ ਵਿੱਚ ਮੇਰੇ ਪ੍ਰਤੀ ਬੜਾ ਵੱਡਾ ਦੋਸ਼ ਲੱਗੇਗਾ, ਮੇਰੇ ਤੇ ਵੱਡਾ ਭਾਰੀ ਪਾਪ ਲੱਗੇਗਾ। ਪ੍ਰਥਮ ਕਿਉ ਜੈ ਪਤ ਸੋ ਹੋਇਓ। ਤੂੰ ਜੇ ਕਹਿ ਆਇਆ ਪਹਿਲਾਂ, ਤੇਰੇ ਵਿੱਚ ਵੀ ਤਾਂ ਮੈਂ ਹੀ ਕਿਹਾ ਨਾ, ਜਦੋਂ ਤੈਨੂੰ ਮੈਂ ਆਪਣੀ ਤਾਕਤ ਦੇ ਕੇ ਭੇਜ ਦਿੱਤਾ, ਹੁਣ ਤੂੰ ਜੋ ਕਰ ਆਇਆ ਤਾਂ ਮੈਂ ਹੀ ਕੀਤਾ ਨਾ।
ਹੁਣ ਜੇ ਤੂੰ ਕਹਿ ਆਇਆ ਵੀ ਇਹ ਮੇਰੀ ਲੜਕੀ ਦਾ ਵਰ ਤੂੰ ਚਾਹਣਾ ਆ, ਤੇ ਹੁਣ ਮੈਂ ਦੁਬਾਰਾ ਦੂਜੀ ਥਾਂ ਤੇ ਕੋਈ ਵਰ ਲੱਭਾਂ ਤੇ ਮੇਰੇ ਲਈ ਗੱਲ ਸੋਭਦੀ ਹੈ? ਇਹ ਚੰਗੀ ਨਹੀਂ। ਹੁਣ ਤੇਰੀ ਕੀਤੀ ਨੂੰ ਮੈਂ ਕਿਵੇਂ ਕੱਟਾਂ? ਜਾਂ ਤੇ ਤੁਮਨੇ ਕੀਨਸ ਜੋਏ, ਇਸ ਕਰਕੇ ਪੰਡਤ ਜੀ ਤੁਸੀਂ ਜੋ ਕਰ ਆਏ ਹੋ, ਕੁੱਲ ਹੋਏ ਹੀਨ ਦਰਬ ਤੇ ਹੀਨ। ਹੁਣ ਸਾਨੂੰ ਮੰਨਣਾ ਹੀ ਪੈਣਾ, ਭਾਵੇਂ ਉਹ ਕੁੱਲ ਤੋਂ ਵੀ ਹੀਣੇ ਨੇ, ਧਨ ਤੋਂ ਵੀ ਮੇਰੇ ਤੋਂ ਹੀਣੇ ਨੇ। ਭਇਓ ਜਮਾਤਾ ਅਬ ਮਮ ਸੋਏ, ਹੁਣ ਮੇਰਾ ਜਵਾਈ ਉਹ ਹੋ ਗਿਆ ਜਿਹਦੀ ਨਾ ਕੁੱਲ ਚੰਗੀ ਹੈ ਤੇ ਨਾ ਹੀ ਜਿਹਦੇ ਕੋਲ ਮੇਰੇ ਬਰਾਬਰ ਧਨ ਹੈ। ਕਹਿੰਦਾ ਉਹਨੂੰ ਤੂੰ ਮੇਰਾ ਹੁਣ ਜਵਾਈ ਬਣਾ ਦਿੱਤਾ, ਹੁਣ ਮੈਂ ਪਿੱਛੇ ਕਿਵੇਂ ਹਟ ਸਕਦਾ? ਜਗਤ ਰੀਤ ਬਿਗੜੇ ਅਬ ਫੇਰੇ, ਹੁਣ ਜਗਤ ਦੀ ਰੀਤ ਵਿਗੜੇਗੀ। ਭਾਵ ਜਿਹੜੀ ਜਗਤ ਦੀ ਰੀਤੀ ਇਹ ਕਹਿੰਦੀ ਸੀ ਮੇਰੀ ਕੁੱਲ ਦੀ ਵੀ ਮੇਰੇ ਬਰਾਬਰ ਦੀ ਉੱਚੀ ਕੁੱਲ ਹੁੰਦੀ, ਉਹ ਤੁਸੀਂ ਨਹੀਂ ਪਾਲੀ। ਭਲਾ ਨ ਮਾਨੇ ਗੋ ਸੁਨ ਕੋਏ, ਹੁਣ ਜਿਹੜਾ ਮੇਰਾ ਭਾਈਚਾਰਾ ਸੁਣੇਗਾ, ਮੇਰੀ ਬਰਾਦਰੀ ਦੇ ਲੋਕ ਸੁਣਨਗੇ, ਉਹ ਚੰਗਾ ਨਹੀਂ ਮੰਨਣਗੇ। ਅਪਰਥਾਨ ਕਰ ਨਾਤੇ ਹਿਤ ਮੈਂ, ਹੁਣ ਹੋਰ ਕਿਸੇ ਘਰ ਦੇ ਵਿੱਚ ਨਾਤਾ ਕਰਨ ਲਈ ਪਠਿਓ ਵਿਪਰਤਵ ਕਰਿਓ ਸੋਏ, ਤੇ ਹੁਣ ਮੈਂ ਭੇਜ ਨਹੀਂ ਸਕਦਾ। ਹੁਣ ਤੈਨੂੰ ਭੇਜ ਦਿੱਤਾ ਪਹਿਲਾਂ, ਤੇ ਹੁਣ ਤੂੰ ਕਰ ਆਇਆ, ਤੇ ਇੱਕ ਵਾਰੀ ਜਿਹਨੂੰ ਮੇਰਾ ਦਮਾਦ ਮੁਕਰਰ ਕਰ ਲਿਆ, ਹੁਣ ਮੈਂ ਦੂਜਾ ਦਮਾਦ ਨਹੀਂ ਮੁਕਰਰ ਕਰ ਸਕਦਾ। ਇਤਿਆਦਿਕ ਕੁਛ ਅਪਰ ਵਡਾਈ, ਏਦਾਂ ਆਪਣੀ ਵਡਿਆਈ ਦੇ ਸਹਿਤ ਵੀ ਮੇਰੇ ਬਰਾਬਰ ਉਹਨਾਂ ਨੂੰ ਕਹਿਣਾ ਤੂੰ? ਆਪਣੀ ਵਡਿਆਈ ਕਰਦਾ ਤੇ ਗੁਰੂ ਘਰ ਨੂੰ ਨੀਵਾਂ ਦੱਸਦਾ ਪਾਪੀ। ਆਪਣੀ ਕਈ ਧਾਰ ਹੰਕਾਰ, ਹੰਕਾਰ ਵਿੱਚ ਹੈਂਕੜ ਦੇ ਵਿੱਚ ਬੋਲਦਾ ਪਾਪੀ ਚੰਦੂ। ਕਯੋ ਸਗਨ ਕੋ ਅਬਲੇ ਗਮਨੋ, ਕਹਿੰਦਾ ਹੁਣ ਕਰ ਆਇਆ ਠੀਕ ਹੈ, ਹੁਣ ਸ਼ਗਨ ਲੈ ਜਾ, ਤੇ ਸ਼ਗਨ ਦਾ ਸਮਾਨ ਲੈ ਜਾ ਤੇ ਜਾ ਕੇ ਸ਼ਗਨ ਦੇ ਆ। ਜਥਾ ਜੋਗ ਜੈਸੋ ਵਿਵਹਾਰ, ਜਿਵੇਂ ਸਾਡੀ ਕੁੱਲ ਦੀ ਮਰਿਆਦਾ ਹੁੰਦੀ ਆ ਸ਼ਗਨ ਭੇਜਣ ਦੀ, ਜੋ ਸਾਡੇ ਕੁੱਲ ਆਚਾਰ ਨੇ ਉਹ ਜਾ ਕੇ ਹੁਣ ਤੂੰ ਕਰ ਆ। ਚੰਦੂ ਦਾਰਾ ਨੇ ਸਭ ਦੀਨਸ, ਚੰਦੂ ਨੇ ਆਪਣੀ ਘਰ ਵਾਲੀ ਨੂੰ ਸੱਦਿਆ, ਕਹਿੰਦਾ ਆ ਵੇਖ ਲੈ ਰਿਸ਼ਤਾ ਕਰ ਆਏ ਐ, ਤੇ ਹੁਣ ਜਿਹੜਾ ਸ਼ਗਨ ਭੇਜਣਾ ਆਪਣੇ ਦਮਾਦ ਲਈ ਭੇਜ ਦੇ। ਤੋ ਉਹਨੇ ਘਰ ਵਾਲੀ ਨੇ ਜਿੰਨਾ ਰਸਮਾਂ ਹੁੰਦੀਆਂ ਸਾਰੀਆਂ ਕੁੱਲ ਰੀਤੀਆਂ ਉਹ ਕੀਤੀਆਂ। ਚਲਿਓ ਪੰਥ ਦਿਜ ਆਨੰਦ ਧਾਰ, ਤੇ ਪੰਡਤ ਜੀ ਜਿਹੜਾ ਸ਼ਗਨ ਦਾ ਸਮਾਨ ਲੈ ਕੇ ਸ਼ਗਨ ਦਾ ਤਿਲਕ ਦੇਣ ਲਈ ਮਹਾਰਾਜ 6ਵੇਂ ਪਾਤਸ਼ਾਹ ਨੂੰ ਇਹ ਦਿੱਲੀੋਂ ਚੱਲ ਪਿਆ। ਸਮਦੀ ਮਿਲੇ ਮਹਾਤਮ ਜਾਣੇ, ਪੰਡਤ ਰਸਤੇ 'ਚ ਸੋਚਦਾ ਆਉਂਦਾ ਵੀ ਹਾਲੇ ਚੰਦੂ ਨੂੰ ਪਤਾ ਨਹੀਂ ਗੁਰੂ ਪਾਤਸ਼ਾਹ ਦਾ, ਜਦੋਂ ਮਿਲੇਗਾ ਫਿਰ ਇਹਨੂੰ ਪਤਾ ਲੱਗੇਗਾ ਵੀ ਉਹਨਾਂ ਦਾ ਮਹਾਤਮ ਕੀ ਹੈ, ਉਹਨਾਂ ਦੀ ਵਡਿਆਈ ਕੀ ਹੈ, ਫਿਰ ਇਹਨੂੰ ਪਤਾ ਲੱਗੇਗਾ। ਅਬ ਦੀਵਾਨ ਇਮ ਕਰਤੇ ਉਚਾਰ, ਹੁਣ ਤਾਂ ਇਦਾਂ ਦੀਆਂ ਗੱਲਾਂ ਕਰਦਾ ਕੱਚੀਆਂ ਪਿੱਲੀਆਂ, ਇਹਨੂੰ ਪਤਾ ਨਹੀਂ ਨਾ ਹੈ। ਜਦੋਂ ਜਾ ਕੇ ਉਹਨਾਂ ਦੇ ਦਰਸ਼ਨ ਕਰੇਗਾ, ਉਹਨਾਂ ਨੂੰ ਮਿਲੇਗਾ, ਫਿਰ ਇਹਨੂੰ ਪਤਾ ਲੱਗੇਗਾ ਉਹਨਾਂ ਦੇ ਘਰ ਦੀ ਵਡਿਆਈ ਦਾ। ਜਬ ਚੰਦੂ ਗੁਰ ਨਿੰਦੇ ਉਚਾਰੀ, ਜਦੋਂ ਚੰਦੂ ਨੇ ਇਧਰ ਮਹਾਰਾਜ ਜੀ ਦੇ ਘਰ ਦੀ ਨਿੰਦਾ ਕੀਤੀ ਨਾ, ਉਸ ਵੇਲੇ ਇਹਨੇ ਗੁਰੂ ਘਰ ਨੂੰ ਮੋਰੀ ਤੇ ਆਪ ਚੁਬਾਰਾ ਬਣਿਆ। ਕੀਤਕ ਗੁਰੂ ਸਿੱਖ ਹੁਤੇ ਸੁਪਾਸ, ਉਸ ਵੇਲੇ ਦੇਵ ਨੇਤ ਕੁਝ ਕੁ ਸਿੱਖ ਉੱਥੇ ਸਨ, ਜਿਹੜੇ ਜਿਵੇਂ ਕੋਈ ਸਰਕਾਰੀ ਦਰਬਾਰੇ ਕੰਮ ਕਰਦੇ ਹੁੰਦੇ, ਸਰਕਾਰੀ ਬੰਦਾ ਸੀ ਇਹ, ਕੋਈ ਸਿੱਖ ਨੌਕਰੀ ਕਰਦੇ ਹੋਣਗੇ ਉੱਥੇ। ਉਹਨਾਂ ਨੇ ਸੁਣਿਆ ਵੀ ਚੰਦੂ ਸਤਿਗੁਰੂ ਜੀ ਦੇ ਘਰ ਨੂੰ ਮੋਰੀ ਦੱਸਦਾ, ਆਪ ਚੁਬਾਰਾ ਬਣਦਾ, ਕਹਿੰਦਾ ਤੁਸੀਂ ਚੁਬਾਰੇ ਦੀ ਇੱਟ ਮੋਰੀ ਨੂੰ ਲਾਇਓ। ਜਦੋਂ ਇਹ ਗੱਲ ਸਿੱਖਾਂ ਨੇ ਗੁਰੂ ਘਰ ਬਾਬਤ ਸੁਣੀ, ਹੁਣ ਸਿੱਖ ਕਿਵੇਂ ਗੁਰੂ ਘਰ ਦਾ ਅਪਮਾਨ ਸਹਾਰ ਸਕਦਾ, ਗੁਰੂ ਘਰ ਦਾ ਅਨਾਦਰ ਸਿੱਖ ਕਿਵੇਂ ਬਰਦਾਸ਼ਤ ਕਰ ਸਕਦਾ? ਜਦੋਂ ਦਿੱਲੀ ਦੇ ਸਿੱਖਾਂ ਨੇ ਸੁਣਿਆ, ਭਾਈ ਸੰਜ ਸਭ ਸੰਗਤ ਇਕੱਠੀ, ਸ਼ਾਮ ਦਾ ਜਦੋਂ ਸਮਾਂ ਹੋਇਆ ਤੇ ਦਿੱਲੀ 'ਚ ਗੁਰੂ ਘਰ ਬਣੇ ਹੋਏ, ਸ਼ਾਮ ਨੂੰ ਧਰਮਸ਼ਾਲਾ 'ਚ ਸੰਗਤ ਇਕੱਠੀ ਹੋਈ। ਧਰਮਸ਼ਾਲਾ ਮੈਂ ਭਜਨ ਪ੍ਰਕਾਸ਼, ਕਿਉਂਕਿ ਸਵੇਰੇ ਸ਼ਾਮ ਸੰਗਤ ਰੋਜ਼ ਧਰਮਸ਼ਾਲਾ 'ਚ ਇਕੱਠੀ ਹੁੰਦੀ, ਕਥਾ ਕੀਰਤਨ ਹੁੰਦਾ ਸੀ, ਤੋ ਸੰਗਤ ਇਕੱਤਰ ਹੋਈ। ਸਭ ਮੈਂ ਬਿਦਤ ਕੀਨ ਬਿਰਤੰਤ, ਸਾਰਿਆਂ ਵਿੱਚ ਆਪਣਾ ਬਿਰਤਾਂਤ ਜਿਹੜਾ ਸੀ ਉਹਨਾਂ ਨੇ ਪ੍ਰਗਟ ਕੀਤਾ। ਜਿਹੜੇ ਸਿੱਖ ਸੁਣ ਕੇ ਆਏ ਨਾ ਚੰਦੂ ਦੇ ਬੋਲ, ਉਹਦੇ ਖੋਟੇ ਬੋਲ, ਉਹਨਾਂ ਨੇ ਬਾਕੀ ਸਾਰੀ ਸੰਗਤ ਨੂੰ ਦਿੱਲੀ ਦੀ ਨੂੰ ਦੱਸਿਆ। ਸੋ ਸ਼ਾਹ ਸਚਿਵ ਜੈ ਸੁਮਤ ਬਿਨਾਸ਼, ਕਹਿਣ ਲੱਗੇ ਉਹ ਸਿੱਖ, ਕਹਿਣ ਲੱਗੇ ਸੰਗਤ ਜੀ ਬਾਦਸ਼ਾਹ ਦਾ ਦੀਵਾਨ ਹੈ, ਚੰਦੂ ਜਿਹਦੀ ਮੱਤ ਤੇ ਪੜਦਾ ਪੈ ਗਿਆ, ਜਿਹਦੀ ਅਕਲ ਨੂੰ ਘੱਟ ਹੈ, ਜਿਹਦੀ ਅਕਲ ਬਿਨਸ ਗਈ ਹੈ, ਮਾਨੋ ਜਿਵੇਂ ਉਹਦੀ ਅਕਲ ਉਹਨੂੰ ਖੰਭ ਲਾ ਕੇ ਛੱਡ ਕੇ ਉੱਡ ਕੇ ਦੂਰ ਹੋ ਗਈ ਹੈ। ਨਿਜ ਤੇ ਲਗੂ ਕਹਿ ਨਾਤਾ ਭੇਜਿਓ, ਪਾਪੀ ਨੇ ਨਾਲੇ ਆਪਣੀ ਧੀ ਦਾ ਰਿਸ਼ਤਾ ਭੇਜ ਦਿੱਤਾ ਉੱਥੇ, ਨਾਲੇ ਕਹਿੰਦਾ ਮੇਰੇ ਤੋਂ ਛੋਟੇ ਨੇ, ਜੇ ਛੋਟੇ ਨੇ ਤੂੰ ਕਿਉਂ ਭੇਜਿਆ ਵੀ ਰਿਸ਼ਤਾ?
ਨਾ ਭੇਜਦਾ। ਨਾਲੇ ਧੀ ਦਾ ਰਿਸ਼ਤਾ ਵੀ ਭੇਜ ਦਿੱਤਾ, ਉੱਥੇ ਸ਼ਗਨ ਵੀ ਭੇਜ ਦਿੱਤਾ, ਤੇ ਨਾਲੇ ਸਤਿਗੁਰੂ ਜੀ ਦੇ ਘਰ ਨੂੰ ਕਹਿੰਦਾ ਵੀ ਮੇਰੇ ਤੋਂ ਛੋਟੇ ਹਨ। ਸੁਤਾ ਆਪਣੀ ਕੋ ਨਿਰਜਾਸ, ਔਰ ਆਪਣੀ ਧੀ ਦਾ ਨਿਰਣਾ ਕਰਕੇ ਨਿਸ਼ਚਾ ਕਰਕੇ ਰਿਸ਼ਤਾ ਭੇਜਿਆ। ਜਰੀ ਨ ਜਾਏ ਅਜੋਗ ਕਈ ਜਿਮ, ਜਿਹੜੀ ਗੱਲ ਉਹਨੇ ਕਹੀ ਆ ਪਾਪੀ ਚੰਦੂ ਨੇ, ਸੰਗਤ ਜੀ ਸਾਡੇ ਕੋਲੋਂ ਜਰੀ ਨਹੀਂ ਜਾਂਦੀ। ਉਹਨੇ ਬੜਾ ਨਾ ਕਹਿਣ ਵਾਲੇ ਬੋਲ ਬੋਲੇ ਨੇ ਗੁਰੂ ਘਰ ਬਾਬਤ। ਸਭ ਸੰਗਤ ਸੁਨੀਏ ਮਨ ਲਾਏ, ਸੰਗਤ ਨੇ ਪੁੱਛਿਆ ਵੀ ਕੀ ਆਖਿਆ ਚੰਦੂ ਨੇ? ਫਿਰ ਉਹਨਾਂ ਸਿੱਖਾਂ ਨੇ ਦੱਸਿਆ, ਤੁਮੇ ਉਚਿਤ ਸੁਧ ਲਿਖਬੇ ਗੁਰੂ ਕੋ। ਕਹਿਣ ਲੱਗੇ ਉਹਨੇ ਆਖਿਆ ਮੈਂ ਚੁਬਾਰਾ ਹਾਂ, ਇਹ ਮੇਰੀ ਧੀ ਚੁਬਾਰੇ ਦੀ ਇੱਟ ਸੀ, ਗੁਰੂ ਘਰ ਮੋਰੀ ਹੈ, ਤੁਸੀਂ ਉੱਥੇ ਲਾ ਆਇਓ। ਤੇ ਫਿਰ ਸੰਗਤ ਨੇ ਵਿਚਾਰ ਕੀਤੀ ਕਿ ਫਿਰ ਆਪਣੇ ਲਈ ਯੋਗ ਹੈ ਕਿ ਆਪਾਂ ਚਿੱਠੀ ਲਿਖ ਕੇ ਸਤਿਗੁਰਾਂ ਨੂੰ ਭੇਜੀਏ। ਗੁਰੂ ਪਾਤਸ਼ਾਹ ਨੂੰ ਜਾਣਕਾਰੀ ਤਾਂ ਦੇਣੀ ਚਾਹੀਦੀ ਹੈ ਨਾ ਵੀ ਚੰਦੂ ਉਹਨਾਂ ਦੇ ਘਰ ਬਾਰੇ ਕੀ ਸੋਚਦਾ, ਜਿਹੜਾ ਰਿਸ਼ਤਾ ਭੇਜ ਰਿਹਾ ਧੀ ਦਾ, ਉਹਦੇ ਮਨ 'ਚ ਕੀ ਬਿਰਤੀ ਆ ਗੁਰੂ ਨਾਨਕ ਸਾਹਿਬ ਦੇ ਘਰ ਪ੍ਰਤੀ। ਹਾਂਜੀ, ਖੱਤਰੀ ਪਤਿਤ ਨਾ ਭਗਤ ਨਾ ਪਾਏ, ਕਹਿੰਦੇ ਪਤਿਤ ਹੋ ਗਿਆ, ਪਾਪੀ ਡਿੱਗ ਗਿਆ ਆਪਣੇ ਆਚਰਣ ਤੋਂ। ਇਹਨੂੰ ਮਹਾਰਾਜ ਜੀ ਦੀ ਭਗਤੀ, ਪਰਮੇਸ਼ਰ ਦਾ ਭਜਨ, ਗੁਰੂ ਪੀਰਾਂ ਦੀ ਵਡਿਆਈ ਉਹ ਨਹੀਂ ਪਾਉਂਦੀ, ਨਹੀਂ ਚੰਗੀ ਲੱਗਦੀ। ਧਨ ਮਦ ਤੇ ਅੰਧਾ ਵੱਡ, ਇਹ ਧਨ ਦੇ ਹੰਕਾਰ ਵਿੱਚ ਪਾਪੀ ਅੰਨਾ ਹੋ ਗਿਆ, ਮਲੇਛ ਬਣ ਗਿਆ ਹੈ। ਤੁਮ ਮੈਂ ਨਹੀਂ ਭਾਵਨਾ ਲਿਆਏ। ਸੰਗਤ ਨੇ ਚਿੱਠੀ ਲਿਖਣ ਦੀ ਬਿਰਤੀ, ਕਹਿੰਦੇ ਜੀ ਆਪਾਂ ਲਿਖੀਏ ਇਦਾਂ ਕਿ ਮਹਾਰਾਜ ਇਹਦੇ ਮਨ 'ਚ ਤੁਹਾਡੇ ਪ੍ਰਤੀ ਕੋਈ ਭਾਵਨਾ ਨਹੀਂ ਹੈ, ਇਹਦੇ ਮਨ 'ਚ ਤੁਹਾਡੇ ਪ੍ਰਤੀ ਕੋਈ ਸ਼ਰਧਾ, ਕੋਈ ਸਤਕਾਰ ਨਹੀਂ। ਕਰੇ ਆਰੋਪਨ ਦੋਸ਼ ਮੂੜ ਮਤ, ਇਹ ਮੂਰਖ ਮਤ ਵਾਲਾ ਸਗੋਂ ਜਿਹੜਾ ਬ੍ਰਾਹਮਣ ਰਿਸ਼ਤਾ ਜੋੜ ਕੇ ਆਇਆ ਉਹਨੂੰ ਕਹਿੰਦਾ ਵੀ ਗੁਰੂ ਘਰ ਵਿੱਚ ਦੋਸ਼ ਨੇ, ਉਹਨਾਂ 'ਚ ਕਮੀਆਂ ਨੇ। ਆਪਣੋ ਆਪ ਜਾਣੇ ਅਧਿਕਾਏ, ਆਪਣੇ ਆਪ ਨੂੰ ਬੜਾ ਵੱਡਾ ਜਾਣਦਾ ਵੀ ਮੈਂ ਵੱਡਾ ਹਾਂ। ਸੁਨ ਸਿੱਖਨ ਸਭ ਸਹੀ ਨ ਕੈਸੇ, ਜਦੋਂ ਉਹਨਾਂ ਸਿੱਖਾਂ ਨੇ ਗੱਲ ਦੱਸੀ ਨਾ ਸਾਰੀ ਸੰਗਤ ਨੂੰ, ਸਾਰੀ ਸੰਗਤ ਕੋਲੋਂ ਇਹ ਗੱਲ ਬਰਦਾਸ਼ਤ ਨਹੀਂ ਹੋਈ। ਮਸਲਤ ਕਰਤ ਭਏ ਇਕਾਂਤ, ਔਰ ਇਕਾਂਤ ਵਿੱਚ ਫਿਰ ਸਲਾਹ ਕੀਤੀ ਸਿੱਖਾਂ ਨੇ ਰਲ ਕੇ। ਛਪ ਕੇ ਲਿਖੋ ਨਾ ਸੁਨੇ ਦੁਸ਼ਟ ਕਿਸ, ਕਹਿੰਦੇ ਲੁਕ ਕੇ ਚਿੱਠੀ ਲਿਖਿਓ, ਕਿਤੇ ਮਲੇਛ ਨੂੰ ਪਤਾ ਨਾ ਲੱਗ ਜੇ। ਬੜਾ ਜਰਵਾਣਾ ਜੇ ਉਹਨੂੰ ਪਤਾ ਲੱਗ ਗਿਆ ਵੀ ਫਲਾਣੇ ਨੇ ਨਾਲ ਰਲ ਕੇ ਭੇਜੀ ਆ ਚਿੱਠੀ, ਖਬਰੇ ਕੀ ਕਰੇ। ਕਹਿੰਦੇ ਛਿਪ ਕੇ ਚਿੱਠੀ ਲਿਖੋ ਉਹਦੇ ਕੋਲੋਂ ਵੀ ਉਹਨੂੰ ਪਤਾ ਨਾ ਲੱਗੇ। ਜੈਸੇ ਇਆਂ ਭਇਓ ਬਿਰਤੰਤ, ਇੱਥੇ ਜੋ ਕੁਝ ਹੋਇਆ ਉਹ ਸਭ ਕੁਝ ਲਿਖ ਕੇ ਭੇਜੋ। ਲਗੇ ਲਿਖਨ ਅਰਦਾਸੀ ਆਪਨੀ, ਇਹ ਫੈਸਲਾ ਕਰਕੇ ਸੰਗਤ ਨੇ ਫਿਰ ਅਰਦਾਸ ਰੂਪ ਵਿੱਚ ਚਿੱਠੀ ਲਿਖੀ। ਸ਼੍ਰੀ 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 ਸਤਿਗੁਰ ਭਗਵੰਤ, ਇਹਨਾਂ ਨੇ ਲਿਖਿਆ ਸ਼੍ਰੀ 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 ਗੁਰਦੇਵ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਓ। ਉਪਕਾਰੀ ਜਗ ਤਾਰਨ ਸਮਰੱਥ, ਮਹਾਰਾਜ ਤੁਸੀਂ ਉਪਕਾਰੀ ਹੋ, ਜਗਤ ਨੂੰ ਤਾਰਨ ਦੇ ਸਮਰੱਥ ਹੋ। ਹਰ ਅਵਤਾਰ ਸਹਾਇਕ ਸੰਤ, ਅਕਾਲ ਪੁਰਖ ਦਾ ਅਵਤਾਰ ਹੋ, ਆਪਣੇ ਸੰਤਾਂ ਦੇ ਮਦਦਗਾਰ ਹੋ, ਸਹਾਇਕ ਹੋ। ਲਿਖ ਤੁਮ ਸਭ ਦਿੱਲੀ ਕੀ ਸੰਗਤ, ਨਾਲ ਫਿਰ ਲਿਖੀ ਪਹਿਲਾਂ ਗੁਰੂ ਸਾਹਿਬ ਦਾ ਮੰਗਲ ਲਿਖ ਕੇ ਨਾ, ਫਿਰ ਚਿੱਠੀ ਲਿਖੀ ਲਿਖ ਤੁਮ ਦਿੱਲੀ ਕੀ ਸੰਗਤ। ਇਉਂ ਚਿੱਠੀ ਲਿਖੀ ਜਾਂਦੀ ਸੀ, ਜਿਹੜੀ ਵੀ ਕਿਸੇ ਵਿਅਕਤੀ ਨੂੰ ਲਿਖੀ ਜਾਂਦੀ, ਜਿਹਦੇ ਵੱਲੋਂ ਲਿਖੀ ਜਾਂਦੀ ਉਹਦਾ ਨਾਂ ਲਿਖਿਆ ਜਾਂਦਾ ਸੀ। ਲਿਖ ਤੁਮ ਫਲਾਣਾ ਸਿੰਘ। ਇੱਥੇ ਹੁਣ ਦਿੱਲੀ ਵੱਲੋਂ, ਸੰਗਤ ਵੱਲੋਂ ਲਿਖੀ ਜਾ ਰਹੀ ਹੈ। ਕਹਿੰਦੇ ਜੀ ਲਿਖ ਤੁਮ ਦਿੱਲੀ ਕੀ ਸੰਗਤ। ਸਤਿਗੁਰ ਕੀ ਸਨਮੁਖ ਅਰਦਾਸ, ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਉਹ ਆਪ ਜੀ ਦੇ ਚਰਨਾਂ ਵਿਖੇ ਦਿੱਲੀ ਕੀ ਸੰਗਤ ਕੀ ਅਰਦਾਸ ਹੈ। ਸ਼ਾਹ ਦੀਵਾਨ ਸੁਤਾ ਕੋ ਨਾਤਾ, ਕਿ ਦੀਵਾਨ ਚੰਦੂ ਸ਼ਾਹ ਦੀ ਲੜਕੀ ਦਾ ਨਾਤਾ ਭੇਜਿਓ ਆਏ ਤੁਮਾਰੇ ਪਾਸ, ਇਹ ਭੇਜ ਰਿਹਾ ਆਪ ਜੀ ਦੇ ਪਾਸ, ਉਹ ਨਾਤਾ ਲੈ ਕੇ ਕੁਲ ਪੁਰੋਹਿਤ ਦਾ ਆ ਰਿਹਾ। ਆਪ ਹੰਕਾਰੀ ਬਨਿਓ ਚੁਬਾਰਾ, ਮਹਾਰਾਜ ਇਹ ਹੰਕਾਰੀ ਬਣਿਆ, ਇਹ ਆਪਣੇ ਆਪ ਨੂੰ ਚੁਬਾਰਾ ਦੱਸਦਾ ਹੈ। ਤੁਮੇ ਕਿਉ ਮੋਰੀ ਸੰਕਾਸ, ਔਰ ਆਪ ਜੀ ਦੇ ਘਰ ਨੂੰ ਬਿਨਾਂ ਸ਼ੰਕੇ ਤੋਂ ਇਹਨੇ ਮੋਰੀ ਦੱਸਿਆ। ਬਿਨ ਸ਼ਰਦਾ ਤੇ ਮੂਰਖ ਬੋਲਿਓ, ਔਰ ਮੂਰਖ ਬਿਨਾਂ ਸ਼ਰਧਾ ਤੋਂ ਇਹ ਬੋਲ ਬੋਲਿਆ। ਇਤਿਆਦਿਕ ਨਿੰਦਾ ਕਰ ਰਾਸ, ਕਿ ਚੁਬਾਰੇ ਦੀ ਇੱਟ ਤੁਸੀਂ ਮੋਰੀ ਨੂੰ ਲਾਇਓ, ਇਦਾਂ ਦੇ ਨਿੰਦਾ ਦੇ ਬੋਲ ਗੁਰੂ ਘਰ ਬਾਬਤ ਇਹਨੇ ਕਹੇ ਨੇ। ਇਹਦੇ ਮਨ ਚ ਆਪ ਜੀ ਦੇ ਪ੍ਰਤੀ, ਗੁਰੂ ਘਰ ਪ੍ਰਤੀ ਕੋਈ ਸ਼ਰਧਾ ਭਾਵਨਾ ਨਹੀਂ।
ਨਹੀਂ। हमको न सुखाए तिस कै बो। ਮਹਾਰਾਜ ਜਿਹੜੇ ਕਬੋਲ ਇਸ ਪਾਪੀ ਨੇ ਗੁਰੂ ਘਰ ਬਾਬਤ ਲਈ ਬੋਲੇ ਨੇ ਸਾਨੂੰ ਨਹੀਂ ਚੰਗੇ ਲੱਗੇ, ਸਾਨੂੰ ਨਹੀਂ ਸੁਹਾਵਦੇ। बस न चलियो सो लिखियो बिरतांत। ਮਹਾਰਾਜ ਸਾਡਾ ਵਸ ਨਹੀਂ ਚੱਲ ਰਿਹਾ, ਨਹੀਂ ਤਾਂ ਅਸੀਂ ਇਹਦੀ ਜੀਭ ਪੱਟ ਕੇ ਕੱਢ ਦਿੰਦੇ ਤੇ ਮੂੰਹ ਵਿੱਚੋਂ ਜਿਵੇਂ ਬੋਲਦਾ ਸੀ। ਪਰ ਮਹਾਰਾਜ ਸਾਡਾ ਜ਼ੋਰ ਅਸਮਰੱਥ ਵੇਖੋ ਕਿੰਨੇ ਹੋਣਗੇ ਉਸ ਵੇਲੇ ਸਿੱਖ। ਤਦੇ ਤਾਂ ਸ਼ਸਤਰ ਚੁੱਕੇ ਛੇਵੇਂ ਪਾਤਸ਼ਾਹ ਨੇ ਮੀਰੀ ਪੀਰੀ ਦੀਆਂ ਤਲਵਾਰਾਂ। ਕਹਿਣ ਲੱਗੇ ਮਹਾਰਾਜ ਸਾਡੇ ਕੋਲ ਤਾਕਤ ਨਹੀਂ ਵੀ ਇਹਦੇ ਨਾਲ ਅਸੀਂ ਜਾ ਕੇ ਲੜਦੇ ਭਿੜਦੇ, ਅਸੀਂ ਤਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰ ਸਕਦੇ ਹਾਂ, ਇਸ ਕਰਕੇ ਲਿਖ ਕੇ ਭੇਜ ਰਹੇ ਹਾਂ। सुता न साकत की तुम लीजो। ਮਹਾਰਾਜ ਸਾਕਤ ਦੀ ਧੀ ਦਾ ਰਿਸ਼ਤਾ ਨਾ ਲਿਓ, ये संगत को अय मतांत। ਇਹ ਸਾਡੀ ਸਾਰੀ ਸੰਗਤ ਦੀ ਬੇਨਤੀ ਹੈ। पठियो दूत तूरन चल पहुंचियो। ਏਦਾਂ ਚਿੱਠੀ ਦੇ ਕੇ ਇੱਕ ਸੇਵਕ ਨੂੰ ਭੇਜਿਆ, ਉਹ ਛੇਤੀ ਨਾਲ ਟੁਰਿਆ। जब लो विपर न तिलक कडांत। ਉਹਨੂੰ ਕਹਿ ਕੇ ਭੇਜਿਆ ਵੀ ਪੰਡਤ ਤੋਂ ਪਹਿਲਾਂ ਪਹਿਲਾਂ ਪਹੁੰਚ ਜੇ, ਨਾ ਹੋਵੇ ਵੀ ਉਧਰ ਪੰਡਤ ਜਾ ਕੇ ਪਹਿਲਾਂ ਤਿਲਕ ਦੇ ਦੇਵੇ ਸਗਾਈ ਦਾ ਤੇ ਤੂੰ ਬਾਅਦ ਚ ਜਾਵੇਂ। ਕਹਿੰਦਾ ਪੰਡਤ ਤੋਂ ਪਹਿਲਾਂ ਪਹੁੰਚ ਜਾਈ। तब लो सुन दियो श्री सतगुर को। ਉਹ ਦੂਤ ਉਸੇ ਵੇਲੇ ਸੰਗਤ ਦੀ ਚਿੱਠੀ ਲੈ ਕੇ ਚੱਲ ਪਿਆ। जथा दुष्ट जाने भगवंत। ਤਾਂ ਜੋ ਗੁਰੂ ਪਾਤਸ਼ਾਹ ਨੂੰ ਖਬਰ ਹੋ ਜਾਏ ਵੀ ਇਹ ਦੁਸ਼ਟ ਹੈ, ਮਹਾਰਾਜ ਜੀ ਦੇ ਗੁਰੂ ਘਰ ਦਾ ਦੋਖੀ ਹੈ, ਗੁਰੂ ਘਰ ਦੀ ਨਿੰਦਾ ਕਰਨ ਵਾਲਾ ਮਲੇਛ ਹੈ ਚੰਦੂ, ਇਹਦੀ ਲੜਕੀ ਦਾ ਰਿਸ਼ਤਾ ਸਾਹਿਬਾਂ ਲਈ ਨਹੀਂ ਪ੍ਰਵਾਨ ਕਰਨਾ। पटे दीवान विपर अरनाऊ। ਇਧਰ ਸਿੱਖਾਂ ਨੇ ਦੂਤ ਭੇਜ ਦਿੱਤਾ, ਇਧਰ ਦੀਵਾਨ ਚੰਦੂ ਨੇ ਆਪਣਾ ਪੰਡਤ ਨਾਈ ਸ਼ਗਨ ਦਾ ਰਾਜ ਸਾਜ ਦੇ ਕੇ ਭੇਜਿਆ ਤੇ ਗੁਰੂ ਘਰ ਵਿੱਚ ਆ ਰਹੇ ਨੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦੀ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ 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 वाहिगुरु 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 ਵਾਹਿਗੁਰੂ 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 वाहिगुरु 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 ਵਾਹਿਗੁਰੂ 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 वाहिगुरु 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 ਵਾਹਿਗੁਰੂ 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 वाहिगुरु वाहिगुरु ਵਾਹਿਗੁਰੂ 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 ਵਾਹਿਗੁਰੂ